का खालसा वाहिगुरु जी की फतेह। करन कारण कृपा निधान नाम दे सोमे धन धन श्री गुरु ग्रंथ साहिब जियां दी निगी हजूरी विच गोद विच जुड़ बैठ करके आप जी शाम दे सोहने दीवाना दा आनंद माण रहे हो। सतगुरां दी अपार कृपा बख्शिश होई। हर रोज की तरह अज भी सुभागा समा प्राप्त होया। आओ उस वाहिगुरु दे लेखे लाइए। कल शाम दे दीवाना दे विच आप जियां ने सरवण कीता सी धन गुरु तेग बहादुर साहब सच्चे पातशाह जी औरंगजेब बादशाह दी जेल दे विच कैद हन। अज दूजे दिन भी सतगुर जी जदों सिख दे घर दे विच भोजन छकण वास्ते आए, चलाक मौलवी ने वक्त संभालिया। भज के औरंगजेब बादशाह की कचहरी विच आके रौला पाउंदा, बादशाह जी कल ते तुसी मेरी गल ते यकीन एतवार नहीं कीता सी। सिपाही भेज के वेख लो, गुरु तेग बहादुर पातशाह जेल चों निकल के आ गए ने, सिख दे घर विच भोजन छक रहे ने। जेलर दी मिली भुगत है, तुहाडे समझाए तो वो अज भी समझिया नहीं। बादशाह ने उस वेले अपने सिपाही भेजे ने सिख दे घर। जा करके वेखिया सचमुच गुरु तेग बहादुर पातशाह उस घर विच बैठे सिखां नाल संगतां नाल भोजन छक रहे ने। आके बादशाह नूं आखिया जी ये मौलवी साहब बिल्कुल सच कह रहे हैं। जेलर नूं बुलाया गया। उस वेले औरंगजेब बादशाह अज कल दे नालों वध तिखे तेवरां दे विच है। उहनूं गुस्सा मैं कल इन्ना समझाया, इन्हें सतगुरां नूं अज फेर बाहर कढ दिता। अज बादशाह आपे तो बाहर होके मौलवी नूं सच्चा साबित करदा होया दरोगे जेलर नूं बार बार कोसन लग्या होया। इत्थों तक आप संगतां ने पवित्र पावन इतिहास का आनंद माणिया सी। आओ कुछ क समा मन चित बिरतियां नूं एकाग्र चित बनाइए। करो रसना पवित्र, गज वज के प्यार सहित जपो जी सतनाम श्री वाहिगुरु साहिब जी। सतनाम श्री वाहिगुरु साहिब जी। कान बात ते इल्म की नस किदो दरब रिश्वत ते लीनस। जिस वेले बादशाह की कचहरी विच जेलर नूं पेश किया गया, औरंगजेब बादशाह ताड़ के गुस्से विच बोल के आखदा है सच दस कदों दा गुरु साहिब दे नाल तू रलिया होया है? किन्नी देर तो तू सतगुरां दे पासों पैसे लै के रिश्वत लै के उन्हां नूं दिन रात शहर विच भेजदा है। जेलर सुन के बड़ा हैरान। कल भी इसे केस दे विच पेशी पई जी च गुनाह कोई नहीं कीता।
ਤੇ ਅੱਜ ਵੀ ਉਸੇ ਗੱਲ ਕਰਕੇ ਭਰੀ ਕਚਹਿਰੀ ਦੇ ਵਿੱਚ ਬਾਦਸ਼ਾਹ ਦੇ ਸਾਹਮਣੇ ਜਿੱਧਰ ਨੂੰ ਖੜਨਾ ਪਿਆ, ਨਮੋਸ਼ ਹੋਣਾ ਪਿਆ, ਜੋ ਕਸੂਰ ਉਹਨੇ ਜ਼ਿੰਦਗੀ ਵਿੱਚ ਕਦੇ ਕੀਤਾ ਨਹੀਂ ਸੀ। ਇਸ ਕਰਕੇ ਅੰਦਰ ਪਛਤਾਵਾ ਬੜਾ ਹੈ, ਉਹ ਮਨ ਕਰਕੇ ਦੁਖੀ ਬਹੁਤ ਹੈ। ਡਰਿਓ ਸ਼ਾਹੋ ਤੇ ਦੁਆ ਕਰ ਜੋਰੇ, ਕਹਿਓ ਕਿ ਮੈਂ ਆਇਬ ਤਿਸ ਠੋਰੇ। ਹੁਣ ਬਾਦਸ਼ਾਹ ਝਿੜਕ ਕੇ ਪੈਂਦਾ, ਤੈਨੂੰ ਕੱਲ ਇੰਨਾ ਸਮਝਾਇਆ, ਸਮਝਾਉਣ ਦੇ ਬਾਅਦ ਵੀ ਤੇਰੇ ਹਾਲਾਤ ਜਿਉਂਦੇ ਤਿਉਂ ਬਣੇ ਨੇ। ਅੱਜ ਤੈਨੂੰ ਬਖਸ਼ਾਂਗਾ ਨਹੀਂ। ਇੱਕ ਵਾਰ ਤੈਨੂੰ ਮੌਲਤ ਦਿੱਤੀ ਹੈ, ਹੁਣ ਬਾਰ-ਬਾਰ ਦਿੱਤੀ ਨਹੀਂ ਜਾ ਸਕਦੀ। ਜੇਲਰ ਕਹਿੰਦਾ ਬਾਦਸ਼ਾਹ ਜੀ ਮੇਰੀ ਗੱਲ ਵੀ ਸੁਣ ਲਓ, ਠੀਕ ਹੈ, ਜੇ ਕੋਈ ਗੱਲ ਹੋਈ ਹੈ ਤੁਸੀਂ ਮੈਨੂੰ ਤਾਂ ਬੁਲਾਇਆ, ਕੁਝ ਸੁਣਿਆ, ਕਿਸੇ ਨੇ ਕੁਝ ਵੇਖਿਆ, ਪਰ ਮੈਂ ਸੱਚੀ ਗੱਲ ਆਖਦਾ, ਮੈਂ ਉਸੇ ਜੇਲ੍ਹ ਤੋਂ ਚੱਲ ਕੇ ਆਇਆ ਜਿੱਥੇ ਸਤਿਗੁਰ ਬੈਠੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੇਲ੍ਹ ਦੀ ਕਾਲ ਕੋਠੜੀ ਵਿੱਚ ਚੌਂਕੜਾ ਲਾ ਕੇ ਬੈਠੇ ਨੇ, ਬਾਹਰ ਖੜੇ ਨੇ ਪਹਿਰੇਦਾਰ। ਕੱਲ ਦੀ ਤੇ ਅਸੀਂ ਸਖਤੀ ਬਹੁਤ ਕੀਤੀ ਹੋਈ ਹੈ। ਜਿਸ ਵੇਲੇ ਤੋਂ ਸਤਿਗੁਰ ਦੀ ਜੇਲ੍ਹ ਵਿੱਚ ਬੈਠੇ ਨੇ, ਭੁੱਖ ਤੇ ਪਿਆਸ ਨਾਲ ਉਹ ਕਲਪਦੇ ਹੋਣਗੇ, ਤੜਫਦੇ ਹੋਣਗੇ, ਅਸੀਂ ਤੇ ਕੋਈ ਮੌਲਤ ਉਹਨਾਂ ਨੂੰ ਦਿੱਤੀ ਨਹੀਂ। ਬਾਦਸ਼ਾਹ ਜੀ, ਜੇ ਮੇਰੀ ਕਿਸੇ ਗੱਲ ਉੱਤੇ ਤੁਹਾਨੂੰ ਸ਼ੰਕਾ ਜਾਂ ਸ਼ੱਕ ਲੱਗਦਾ, ਤੁਸੀਂ ਆਪ ਜਾ ਕੇ ਵੇਖ ਸਕਦੇ ਹੋ। ਕੌਸਟ ਕੇ ਅੰਤਰ ਅਬ ਛੋੜੇ, ਕਰੇ ਕਪਾਟ ਸੰਜਤ ਪੌਰੇ। ਗੁਰੂ ਸਾਹਿਬ ਕਦੇ ਵੀ ਉਸ ਜੇਲ੍ਹ ਵਿੱਚੋਂ ਨਿਕਲ ਕੇ ਬਾਹਰ ਨਹੀਂ ਜਾ ਸਕਦੇ ਜਿਸ ਜੇਲ੍ਹ ਵਿੱਚ ਤਾਲੇ ਹੀ ਤਾਲੇ ਦਰਵਾਜ਼ਿਆਂ ਨੂੰ ਲੱਗੇ ਨੇ। ਕਾਲ ਕੋਠੜੀ ਵਿੱਚ, ਧੁੱਪ ਹਨੇਰੇ ਵਿੱਚ ਸਤਿਗੁਰ ਕੈਦ ਨੇ, ਕੌਣ ਕੱਢੇਗਾ? ਉਹਨਾਂ ਦੇ ਪੰਜੇ ਸਿੱਖਾਂ ਨੂੰ ਮੈਂ ਵੱਖ-ਵੱਖ ਸੈਲਾਂ ਵਿੱਚ, ਹਵਾਲਾਤਾਂ ਵਿੱਚ ਬੰਦ ਕੀਤਾ ਹੋਇਆ, ਜੋ ਚਾਹ ਕੇ ਵੀ ਕਦੇ ਇਕੱਠੇ ਹੋ ਨਹੀਂ ਸਕਦੇ। ਤਾਰੇ ਮਾਰ ਰੱਖਿਓ ਦਰ ਤਾਹੀ, ਹਵੈ ਸੁਨਦ ਜਿੜ ਖਰੋ ਸਿਪਾਹੀ। ਤੇ ਇਹ ਬਾਦਸ਼ਾਹ ਜੀ, ਅੱਗੇ ਤੁਸੀਂ ਇੱਕ ਸਿਪਾਹੀ ਦੀ ਗੱਲ ਕੀਤੀ ਸੀ, ਮੈਂ ਹੁਣ ਦੋ ਸਿਪਾਹੀ ਖੜੇ ਕੀਤੇ ਹੋਏ, ਦੋ ਸਿਪਾਹੀ ਜੋ ਦਿਨ ਰਾਤ ਜਾਗਦੇ ਨੇ, ਆਮੋ ਸਾਹਮਣੇ ਇੱਕ ਦੂਜੇ ਦੇ ਇਸ਼ਾਰਾ ਰੱਖਦੇ ਨੇ, ਕਿਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਅਲੋਪ ਨਾ ਹੋ ਜਾਣ, ਗੁਪਤ ਨਾ ਹੋ ਜਾਣ। ਅਜੇ ਤੱਕ ਤੇ ਐਸਾ ਕੁਛ ਨਹੀਂ ਹੋਇਆ, ਉਹ ਤੇ ਇੱਕ ਚੌਂਕੜੇ 'ਚ ਹੀ ਬੈਠੇ। ਔਰੰਗਜ਼ੇਬ ਬਾਦਸ਼ਾਹ ਜੇਲਰ ਦੇ ਨਾਲ ਖਫਾ ਬਹੁਤ ਹੈ, ਕਹਿੰਦਾ ਮੈਨੂੰ ਤੇਰੀਆਂ ਗੱਲਾਂ ਤੇ ਯਕੀਨ ਨਹੀਂ, ਮੈਂ ਇਤਬਾਰ ਨਹੀਂ ਕਰਦਾ। ਜੇ ਮਮ ਕਹਿਓ ਝੂਠ ਉੜ ਲਿਆਓ, ਤੋ ਨਰ ਆਪਣੋ ਪੱਠ ਜਿਕਰਾਵੋ। ਤੇ ਬਾਦਸ਼ਾਹ ਨੂੰ ਮੋੜ ਕੇ ਜਵਾਬ ਜੇਲਰ ਨੇ ਦਿੱਤਾ, ਜੇ ਤੁਹਾਨੂੰ ਮੇਰੀ ਕਿਸੇ ਵੀ ਗੱਲ ਵਿੱਚ ਰੱਤੀ ਮਾਤਰ ਝੂਠ ਦੀ ਗੁੰਜਾਇਸ਼ ਲੱਗਦੀ ਹੈ, ਬਾਦਸ਼ਾਹ ਜੀ ਆਪਣਾ ਵਜ਼ੀਰ ਹੁਣੇ ਜੇਲ੍ਹ ਵਿੱਚ ਭੇਜੋ ਤੇ ਆ ਚਾਬੀਆਂ ਤੁਸੀਂ ਆਪਣੇ ਕੋਲ ਫੜ ਲਓ। ਜੇ ਮੈਂ ਜੇਲ੍ਹ ਵਿੱਚ ਗਿਆ ਤੇ ਸ਼ਾਇਦ ਮੁੱਲਾ ਜੀ ਕਹਿਣਗੇ ਮੈਂ ਕੋਈ ਹੇਰ ਫੇਰ ਕਰ ਦਿੱਤੀ ਹੈ, ਕੁਝ ਏਦਾਂ ਦਾ ਹੋ ਗਿਆ ਹੋਣਾ। ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਮੁੱਲਾ ਬੋਲਿਆ, ਕਹਿੰਦਾ ਜੀ ਬਿਲਕੁਲ ਸੱਚੀ ਗੱਲ ਹੈ। ਬਾਦਸ਼ਾਹ ਜੀ, ਜੇ ਤੁਸੀਂ ਆਪਣਾ ਵਜ਼ੀਰ ਕੋਈ ਜੇਲ੍ਹ ਵਿੱਚ ਭੇਜੋਗੇ ਤਾਂ ਹੀ ਤੇ ਇਹਦਾ ਪਾਜ ਖੁੱਲੇਗਾ। ਸੁਨਤ ਸ਼ਾਹੋ ਬਿਸਮਿਓ ਮਨ ਮਹਾ, ਸਿਗਰ ਪਠਾਇਓ ਨਰ ਇੱਕ ਤਾਂ। ਔਰੰਗਜ਼ੇਬ ਬਾਦਸ਼ਾਹ ਨੇ ਇੱਕ ਆਪਣਾ ਭਰੋਸੇਯੋਗ ਵਜ਼ੀਰ ਕੋਲੇ ਬੁਲਾਇਆ, ਬੁਲਾ ਕਰਕੇ ਉਹਦੇ ਕੰਨ ਵਿੱਚ ਸਾਰੀ ਗੱਲ ਦੱਸ ਦਿੱਤੀ ਹੈ। ਅੱਜ ਇਹ ਗੱਲ ਉਹਨੇ ਜਨਤਕ ਨਹੀਂ ਕੀਤੀ, ਕਿਸੇ ਦੇ ਸਾਹਮਣੇ ਨਹੀਂ ਕੀਤੀ। ਕਹਿੰਦਾ ਚੁੱਪਚਾਪ ਜਾ ਕੇ ਜੇਲ੍ਹ ਵਿੱਚ ਫੇਰਾ ਪਾ ਕੇ ਆ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਕਮਰਾ ਏ, ਕੋਠੜੀ ਹੈ ਕੈਦ ਵਾਲੀ, ਜਾ ਕੇ ਵੇਖ ਕੇ ਆ ਵੀ ਗੁਰੂ ਸਾਹਿਬ ਹੁਣ ਬੈਠੇ ਉੱਥੇ। ਕਿਉਂਕਿ ਜੇਲਰ ਨੇ ਕਿਹਾ ਮੈਂ ਹੁਣੇ ਗੁਰਾਂ ਦੇ ਕੋਲੋਂ ਚੱਲ ਕੇ ਆਇਆ, ਉਹ ਤੇ ਸਾਖਸ਼ਾਤ ਪ੍ਰਤੱਖ ਬੈਠੇ ਨੇ। ਤੇ ਬਾਦਸ਼ਾਹ ਜੀ ਕਿਵੇਂ ਹੋ ਸਕਦਾ ਜੇ ਸਤਿਗੁਰ ਜੇਲ੍ਹ ਵਿੱਚ ਬੈਠੇ ਤੇ ਉਹ ਬਾਹਰ ਫਿਰਦੇ ਹੋਣ, ਸ਼ਹਿਰ ਵਿੱਚ ਹੋਣ? ਹੁਣ ਪੱਖ ਦੋਨੋਂ ਹੀ ਸੱਚੇ। ਮੁੱਲਾ ਨੇ ਅੱਜ ਸਵੇਰੇ ਵੀ ਵੇਖਿਆ ਸਤਿਗੁਰਾਂ ਨੂੰ, ਕੱਲ ਵੀ ਵੇਖਿਆ, ਇਸ ਕਰਕੇ ਉਹ ਕਹਿੰਦਾ ਜੀ ਗੁਰੂ ਸਾਹਿਬ ਬਾਜ਼ਾਰ ਵਿੱਚ ਘੁੰਮਦੇ ਨੇ ਤੇ ਇਹਨੇ ਦੇਖਿਆ ਸਤਿਗੁਰਾਂ ਨੂੰ ਹੁਣ ਜੇਲ੍ਹ ਵਿੱਚ ਬੈਠੇ, ਤਾਂ ਕਹਿੰਦਾ ਮਹਾਰਾਜ ਉੱਥੇ ਬੈਠੇ। ਬਾਦਸ਼ਾਹ ਤੋਂ ਆਗਿਆ ਲੈ ਕੇ ਵਜ਼ੀਰ ਦੋ ਸਿਪਾਹੀਆਂ ਨੂੰ ਲੈ ਕੇ ਜੇਲ੍ਹ ਦੇ ਵਿੱਚ ਆ ਗਿਆ। ਓਲ ਕਪਾਟ ਨਿਹਾਰਨ ਕਰੇ,
बैठे सतगुर आनंद भरे। जिस वेले जेल के दरवाजे खोले गए, मसाला जगाईਆਂ गईਆਂ रोशनी वास्ते। दरवाजे खोलण तो बाद वजीर हैरान, धन गुरु तेग बहादुर पातशाह जी चौंकड़ा ला के नेत्र बंद करके एक रस अडोल समाधि च बैठे, बिल्कुल शांत। दरवाजा खुले है, ताले खुले ने, फिर भी अख ना खोली। विख कर गमन्यो शाहू सुनायो, कोष्ठ अंदर मैं दिख आयो। जिस वेले सब कुछ अखी वेखिया, वजीर बड़ा हैरान। कचहरी विच दो तरह दीयां गल्लां चल रहीआं ने। जेलर नूं उस कसूर दी सजा मिल रही है जो उहने कदे जाने अणजाने कीता तक नहीं। इत्थे इन्हां नूं विश्वास होया जेलर सच बोलदा है, दरोगा सच है। ताला लाया, चाबियां जेब विच पाईआं, बादशाह दी कचहरी विच आके उहने रिपोर्टां खोल दित्तियां। बादशाह जी, मैनूं लगदा सी पहलां बुल्लां जी सच ने, पर जो इन्हां अखां दे नाल मैं हूबहू अपनी होश हवाश विच देखे है, गुरु तेग बहादुर महाराज सचमुच चौंकड़े दे विच जेल विच बैठे ने। जेलर सच बोलदा ए। बाहर पठायो सिख कै घर में, बैठे पिखे खड़े हुए दर में। एक पक्ष ते सच्चा हो गया भी गुरु तेग बहादुर साहब महाराज जेल विच बैठे ने। उस तो पहला मुल्ला ने दो सिपाही भेजे सी, वो भी दस रहे ने आके सतगुरे उत्थे बैठे ने। औरंगजेब बादशाह कहंदा वजीरा फिर हुण तू ही जा भाई, तू जेल विच सतगुरां नूं वेख के आया ते सिख दे घर भी जाके देख के आ, कौन सच्चा ते कौन झूठा है। मूरत एक पिखी द्वै थान, सुनत शाहू जुत भए हैरान। कहंदे वो वजीर अपने दो तीन साथियां नूं लैके सिख दे घरे आ गया, जिथे गुरु तेग बहादुर पातशाह दी भोजन छक रहे सी, संगतां नूं उपदेश दे रहे ने, वचन बलास कर रहे ने। वजीर दरवाजे चों अंदर आया, देख के अचंभा ही हो गया, आश्चर्य हो गया। जेड़ा स्वरूप सतगुरां दा उत्थे शांत चित्त है, ओही वस्त्र ने, ओही गुरु तेग बहादुर पातशाह इत्थे सिखां नूं उपदेश दे रहे ने। आखो सतनाम। ते संगतां बैठियां ने भीड़ विच। जेड़े पंज सिखां नूं अलग अलग सैलां च बंद कीता होया है, वो पंज सिख भी गुरु साहब कोल ही बैठे ने। भाई दयाला जी, भाई मती दास, सती दास, उदा जी, गुरदित्ता जी, कहंदे पंज सिख सतगुरां दे कोल ने। गुरु तेग बहादुर साहब महाराज ने वजीर वल वेखिया, वेख के सतगुरां ने इग्नोर कर दिता, अणदेखिया कीता। हुण इह वजीर बड़ा हैरान, समझ नहीं आउंदी ਉਹ ਗੱਲ सच्ची है ਜਾਂ ਇਹ ਗੱਲ सच्ची है। संसारी तौर ते एक व्यक्ति हमेशा एक थां ते हो सकदा है, सिखां दे गुरु दो थावां ते किवें? ये गल समझ तो बाहर है। जे विचारे लख्यो न जाए, द्वै स्थान पुन पिखन पठाए। वजीर वेख के दर्शन करके तुरया आउंदा है, गल समझ तो बाहर होई पई है। दो थावां ते एक इंसान दो रूपां विच किवें है? स्वरूप ही है। इसे करके कहा जाता व्यक्तिगत पूजा सिख धर्म विच नहीं, क्योंकि शरीर एक थां ते हो सकता है, हर थां ते नहीं, पर वो परमात्मा घटा घटा विच वसदा है, हर थां ते ही है। जिथे भी कोई याद करे, जह जह देखो तह हजूर, दूर कत हो ना जाई, रब रहे सर्वत्र में तब सदा त्यागी। जे कोई सदा हमेशा उन्हें ध्याउंदा याद करदा, वही वेखदा वो हर थां ते रंबिया होया। हुण वजीर अपने दिमाग ते प्रेशर पाउंदा, सोचदा, विचारां करदा है। आखिरकार गल इत्थे आई, छड्ड मन आपां की लैणा है, अपनी ते समझ तो गल बाहर। आपां ते जाके बादशाह नूं दसना, जो जेल विच देखिया है ओही स्वरूप इत्थे तक्किया है। द्वै मूरत द्वै थान निहारी, एक सिख ग्रह एक कैद मझारी। हुण कहंदे आके बादशाह नूं दसन लगे ने, कहंदे दो मूरतां ने, रूप इक्को ही है। बड़ी वड्डी गल कह रहा वजीर। बादशाह दी मूरतां गो, मूरत तो भाव शरीर दो ने, पर दोने शरीरां दे अंग प्रतंग रूप रंग सब कुछ सेम है, ओही वस्त्र ने।
मैं ते हैरान हो गया, एक समय दो थावां ते सतगुरां दे रूप वेख के मेरी गल तो ये समझ तो बाहर है, मैं सोच भी नहीं सकता सी। बादशाह जी मुल्ला भी सच बोलदा है, सच जेलर भी बोलदा, आखो सतनाम। बादशाह हैरान हो गया, कहंदा मैनू पागल करोगे तुसी, झल्ला बनाउण लगे होए हो। इन्हां दोनां विचों दोने सच्चे नहीं हो सकते, एक झूठा जरूर है। क्योंकि बादशाह ने अज तक बड़े फैसले किए ने, इदां दा केस ही कोई नहीं सी आया भी दोनों पक्ष सच्चे होण। मुल्ला अपनी गारंटी दे, मेरे इन्ने साथी ने जिन्हां ने वेखे है, क्योंकि पहला सिपाही वेख आए ने, वजीर वेख आया ते मुल्ला कहंदा मैं भी तकिया, इधर दसिया जा रहा जेलर कहंदा मैं गुरां कोलों चल के आया, चाबियां ताले दियां तुसी चुको। ते उस तो बाद वजीर वेख के आए ने, सतगुरु उत्थे बैठे। हुण इस गल दा नितारा कित्थे कीता जाए ते कौन करे। सभा च बड़े विद्वान बैठे सी, सब ने अपनी अपनी मत दे घोड़े दौड़ाए, पल्ले कख ना पिया। अजमत बंत कहत है कि केतिक को निश्चा शुभ होई। हुण कोई ते कहंदा सतगुरां ने एक करामात वरताई है, अपनी अपनी सोच है। क्योंकि गल सोचदी नहीं हुंदी, गल पल्ला झाड़न दी हुंदी। हर बंदा कहंदा गल मेरे ते ना आवे मैं टाल दियां। कोई कहंदा जी करामात है, कोई कहंदे नहीं ये बल प्रदर्शन है, कोई कहंदे भुलेख है। हर कोई अपनी अपनी राय बादशाह नूं दे रहा है। नो रंग अत खुणस मन माही, एक क्या रीत करत दिखराई। कहंदे औरंगजेब बादशाह खिजिया होया, ਜਦੋਂ कोई केस किसी तो सॉल्व ना होवे ते बंदा परेशान हो जाता है, खिज जाता है आपे तो बाहर। उन्हां दे गल पै गया ਜਿਹੜੇ ਕੋਲ खड़े सी, कहंदा की पखंड फड़िया तुसीं, एक सलाह कर लो। नाले जेलर कही जाता है गुरु साहब इत्थे बैठे, मुल्ला तू भी रौला पाई जाना गुरु साहब उत्थे बैठे, ये हो की रहा मैनू जरा समझा दिओ। आसना होए चल बल कर जाए, कारागृह ते निकस सिधाए। हुण गल चलदी सभा दे विच, कहंदे कोई इहो जिहा तरीका तेरी गुरु छल वल करके जेल चों निकल जांदा होवे। हुण जदों छल वल दी गल चलदी है, धोखे फरेब दी गल चलदी है, धोखा फरेब ते तां होऊ जे जेल वाले गले होणगे, तां ही हुंदा। किसे जेल चों कोई कैदी फरार हुंदा ते हुंदा कदों है, जदों जेल वाले सहायता करदे ने, सपोर्ट करते, जब सरकारां समझौता कर लैण भी इन्हां कैदियां नूं फरार कर दिओ, मीडिया रिपोर्ट कोई होर विखावे ते आपां बयान कुछ होर देणे, ये मिली भुगत नाल हुंदा है। ते औरंगजेब बादशाह इस गल तो दुखी है, जाके जेलर झूठा है जां फिर मौलवी झूठा है। क्योंकि जो हो रहा है वो ते सुण के भी यकीन नहीं आउंदा, इदां हो सकदा है। एक संसारी बंदा, एक औरंगजेब बादशाह जी दी सुरत, जी दी बिरती हमेशा पाप तो शुरू हुंदी है, माड़े कर्म तो शुरू हुंदी है। वो जानता भी सतगुर करामात नहीं विखाउंदे, करामात पिछे ते ना सीस दे देना है, ये हो की रहा है। पर बहन भी नहीं हो सकता। वो इन्ना चिंतित क्यों है, उन्होंने पता है भी जे किते गुरु करामात विखाउंदे रह गए ते अपनी जेल च नहीं रहणगे, वो नहीं लभणे कित्थे चले गए। वो फिर बार बार इको गल कहंदा, इस गल दा समझौता करो, पक्का सबूत लेके आओ भी जेल विच सतगुर बैठे ने जां नहीं बैठे, जेलर किहदे नाल रलिया होया जां मौलवी झूठ बोलदा है। कहियो मरु कर जतन बनाए, हाथन आयो काल बिताए। औरंगजेब हर एक नूं टुट टुट पैंदा, झिड़क झिड़क पैंदा है। मुल्लां दे गल पै गया, कहंदा मुल्ला जी सलाह भी तुसीं दित्ती सी सतगुरां नूं गिरफ्तार करो, मैं मसां मरू मरू करके मर मर के गुरु नूं गिरफ्तार कीता। ओ जे गुरु करामाती होया किवें रखांगे गुरु नूं? जे वो करामात नाल दो दो रूप बना के घुम रहे ने ते फिर साडी कैद च कौन रहू? आखो सतनाम, कौन साडी मन्नूगा? इह आम गल है, सोचण वाली हर बंदा गल समझ सकदा है भी जिस व्यक्ति कोल करामात है, जिहड़ा पिंजरे विच बैठा भी बाहर घुमदा है, उहनूं कोई सजा दे सकदा है? जिहड़ी साडी आत्मा है इहनूं कोई बंधन नहीं पा सकदा। मन नूं बंधन पैंदे, आत्मा नूं कोई मार नहीं सकदा, आत्मा नूं कोई जन्म दे नहीं सकदा, आत्मा कदे दुखी नहीं हुंदी, आत्मा कदे सुखी नहीं हुंदी। ये ते ओ वस्तु है, वस्तु भी नहीं कहना चाहिए, जो सदा आनंद विच रहिंदी है, रब दी अंश है। जमना मरना शरीर दा धर्म है,
ਸੁਖੀ ਤੇ ਦੁਖੀ ਹੋਣਾ ਇਹ ਮਨ ਦਾ ਧਰਮ ਹੈ, ਭੁੱਖ ਤੇ ਪਿਆਸ ਇਹ ਪ੍ਰਾਣਾਂ ਦਾ ਧਰਮ ਹੈ। ਧਰਮ ਦਾ ਅਰਥ ਫਰਜ਼। ਪਰ ਔਰੰਗਜ਼ੇਬ ਇਸੇ ਗੱਲ ਦੀ ਚਿੰਤਾ ਕਰਦਾ, ਜਿਨ੍ਹਾਂ ਪਿੱਛੇ ਮੈਂ 12,000 ਦੀ ਫੌਜ ਝੋਕ ਦਿੱਤੀ, ਪੂਰਾ ਹਿੰਦੁਸਤਾਨ ਚੱਪਾ ਚੱਪਾ ਛਾਣ ਮਾਰਿਆ, ਜੇ ਸਿੱਖਾਂ ਦੇ ਗੁਰੂ ਅੱਜ ਮਿਲ ਗਏ, ਅੱਜ ਇਹ ਦਿਨ ਆਉਣ ਲੱਗ ਪਏ। ਆਪ ਮਨਾਏ ਕਹਿ ਮੈਂ ਮਨ ਭਾਈ, ਕਰੋ ਸ਼ਰਾਮਤ ਤੁਰਕ ਬਣਾਈ। ਅਜੇ ਤੱਕ ਤੇ ਮੈਂ ਸਤਿਗੁਰਾਂ ਨੂੰ ਮਨਾ ਕਰਕੇ ਸ਼ਰਾ ਚ ਲੈ ਕੇ ਨਹੀਂ ਆਇਆ, ਉਹ ਤੁਰਕ ਨਹੀਂ ਬਣੇ ਤੇ ਆ ਕ੍ਰਿਸ਼ਮੇ ਪਹਿਲਾਂ ਹੀ ਹੋਣ ਲੱਗ ਗਏ। ਹੁਣ ਇੱਥੇ ਜਦੋਂ ਸਾਰੀਆਂ ਨੀਤੀਆਂ ਫੇਲ ਹੋ ਜਾਣ ਰਾਜਨੀਤੀ ਵਿੱਚ, ਫਿਰ ਕੀ ਹੁੰਦਾ ਜੀ? ਸਭ ਤੋਂ ਵੱਡਾ ਹੁੰਦਾ ਫਿਰ ਧੋਖਾ, ਫਰੇਬ। ਬੰਦੇ ਨੂੰ ਆਪਣਾ ਬਣਾ ਕੇ ਮਾਰ ਦਿਓ, ਕਦੇ ਨਹੀਂ ਉੱਠ ਸਕਦਾ, ਕਦੇ ਨਹੀਂ ਉੱਠੇਗਾ। ਹੁਣ ਔਰੰਗਜ਼ੇਬ ਦੇ ਮਨ ਦੇ ਵਿੱਚ ਵੀ ਇਹ ਚਾਲਾਂ ਆਉਂਦੀਆਂ ਨੇ, ਜੇ ਸਤਿਗੁਰਾਂ ਨੂੰ ਮੈਂ ਫਰੇਬ ਨਾਲ ਆਪਣਾ ਬਣਾ ਲਾਂ। ਫਰੇਬ ਕੀ ਹੁੰਦਾ ਹੈ? ਮਿੱਠੀਆਂ ਮਿੱਠੀਆਂ ਗੱਲਾਂ, ਲਿਪਾ ਪੋਚੀ ਬਹੁਤ, ਉੱਤੋਂ ਤੋਂ ਹਾਂਜੀ ਹਾਂਜੀ ਕਰੀ ਜਾਣਾ, ਅੱਗੋਂ ਪਿੱਛੋਂ ਵੱਡਵੀਆਂ ਚੁਗਲੀਆਂ, ਪਿੱਠ ਪਿੱਛੇ ਵੈਰ ਕਮਾਉਣਾ। ਔਰੰਗਜ਼ੇਬ ਅੱਜ ਇਹ ਗੱਲ ਇੱਥੇ ਬੈਠਾ ਕਰਦਾ ਹੈ, ਕਹਿੰਦਾ ਫਿਰ ਕੋਈ ਹੋਰ ਤਰੀਕਾ ਦੱਸ ਦਿਓ। ਇਹ ਗੱਲ ਤੇ ਆਪਾਂ ਇੱਕ ਪਾਸੇ ਰੱਖਤੀ ਵੀ ਗੁਰੂ ਸਾਹਿਬ ਜਾਂ ਸਿੱਖ ਦੇ ਘਰੇ ਨਾ ਜੇਲ੍ਹ ਵਿੱਚ ਨੇ। ਇਹ ਗੱਲ ਤੇ ਹੌਲੀ ਹੌਲੀ ਪਤਾ ਲੱਗੇਗੀ, ਜਦੋਂ ਉਹ ਇਸਲਾਮ ਵਿੱਚ ਆ ਜਾਣਗੇ ਆਪੇ ਦੱਸ ਦੇਣਗੇ ਇਹ ਖੇਡ ਕੀ ਹੈ। ਇਹ ਜਬ ਕਲਮੇ ਕੋ ਪਠ ਲੈ, ਬਾਹਰ ਅਪਰ ਹਿੰਦੂ ਰਾਜੇ। ਅੱਜ ਮੁੱਲਾਂ ਤੇ ਕਾਜੀ ਇਕੱਠੇ ਬੋਲੇ, ਬਾਦਸ਼ਾਹ ਜੀ ਜੇ ਸਿੱਖਾਂ ਦੇ ਗੁਰੂ ਕਿਤੇ ਕਲਮਾ ਪੜ ਲੈਣ, ਤੁਰਕ ਬਣ ਜਾਣਗੇ। ਬਾਦਸ਼ਾਹ ਨੇ ਮੱਥੇ ਹੱਥ ਮਾਰਿਆ, ਕਹਿੰਦਾ ਕਲਮਾ ਪੜੂਗਾ ਕੌਣ? ਆਖੋ ਸਤਨਾਮ। ਉਹ ਤੇ ਨੇੜੇ ਵੀ ਨਹੀਂ ਆਉਂਦੇ, ਉਹ ਇਸਲਾਮ ਦੀ ਗੱਲ ਸੁਣਦੇ ਤੱਕ ਨਹੀਂ, ਉਹ ਆਪਣੀ ਮਸਤੀ 'ਚ ਬੈਠੇ। ਕਿੰਨੇ ਤਸੀਹੇ ਦੇਤੇ, ਭੂਤਾਂ ਦੀ ਹਵੇਲੀ 'ਚ ਇਹਨਾਂ ਨੂੰ ਬੰਦ ਕਰਕੇ ਦੇਖ ਲਿਆ। ਭੁੱਖੇ ਪਿਆਸੇ ਘੁੱਪ ਹਨੇਰਿਆਂ ਵਿੱਚ ਪਿੰਜਰਿਆਂ 'ਚ ਕੈਦ ਇਹਨਾਂ ਨੂੰ ਕਰ ਲਿਆ, ਇਹ ਅਜੇ ਤੱਕ ਡੋਲਦੇ ਨਹੀਂ। ਅਨਾਥ ਸਭ ਹੂ ਬਨ ਜਾਏ, ਗੁਰੂ ਭਇਓ ਸਿੱਖ ਕਿਮ ਠਹਿਰਾਏ। ਤੇ ਹੁਣ ਸਾਰੇ ਇਹੀ ਗੱਲ ਕਰਦੇ ਨੇ, ਮੁੱਲਾਂ ਦੀ ਗੱਲ ਸੁਣ ਕੇ ਕਹਿੰਦੇ ਜੀ ਮੁੱਲਾਂ ਜੀ ਠੀਕ ਕਹਿ ਰਹੇ ਨੇ ਮੌਲਵੀ ਸਾਹਿਬ। ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਜਬਰੀ ਮੁਸਲਮਾਨ ਬਣਾ ਲਓ, ਅੱਜ ਕੱਲ ਵਿੱਚ ਬਹੁਤਾ ਟਾਈਮ ਨਾ ਪਾਇਓ, ਫੇਰ ਤੇ ਸਮਝ ਲਓ ਹਿੰਦੁਸਤਾਨ ਸਾਰਾ ਮੁਸਲਮਾਨ ਹੋ ਜਾਏਗਾ। ਜੇ 5-7 ਦਿਨਾਂ ਦਾ ਵਕਤ ਗੁਜ਼ਰ ਗਿਆ, ਬਸ ਸਮਝੋ ਗੁਰੂ ਤੁਹਾਡੇ ਹੱਥ ਨਹੀਂ ਆਉਣਾ। ਆਖੋ ਸਤਨਾਮ। ਗੁਰੂ ਕਿਸੇ ਦੇ ਵੱਸ ਨਹੀਂ ਆ ਸਕਦਾ ਫਿਰ, ਕਿਉਂਕਿ ਗੁਰੂ ਤੇ ਹੁਣ ਜੇਲ੍ਹ ਵਿੱਚ ਬੈਠਾ ਬਾਹਰ ਹੈ। ਸਿੱਖਾਂ ਸਮੇਤ ਘੋੜਿਆਂ ਤੇ ਘੁੰਮ ਰਹੇ ਨੇ, ਸਿੱਖਾਂ ਦੇ ਘਰਾਂ ਵਿੱਚ ਘੁੰਮ ਰਹੇ ਨੇ। ਜੇ ਵਕਤ ਗੁਜ਼ਰਦਾ ਗਿਆ, ਕੋਈ ਕਰਾਮਾਤ ਵਿਖਾਉਣਗੇ। ਜਾਤੇ ਇਹ ਸੰਗ ਯਤਨ ਕਰੀਜੈ, ਦੀਨ ਵਿਖੈ ਜਿਮ ਕਿਮ ਲੈ ਲੀਜੈ। ਹੁਣ ਬਾਦਸ਼ਾਹ ਕਹਿੰਦਾ ਕੋਈ ਨਵੀਂ ਨੀਤੀ ਦੱਸੋ, ਕਿਉਂਕਿ ਇਹ ਗੱਲ ਸੁਣ ਕੇ ਤੇ ਬਾਦਸ਼ਾਹ ਹੈਰਾਨ ਹੈ ਵੀ ਦੋ ਥਾਂ ਤੇ ਇੱਕ ਵਿਅਕਤੀ ਕਿਵੇਂ ਹੋ ਸਕਦਾ ਹੈ। ਸ਼ਰੇਆਮ ਦੀ ਆਮ ਦੀ ਗੱਲ ਨਿਕਲਦੀ ਵੀ ਕਰਾਮਾਤ ਹੈ। ਜੇ ਹੁਣ ਇਹ ਗੱਲ ਦਿਮਾਗ 'ਚ ਬਹਿੰਦੀ ਵੀ ਉਹ ਕਰਾਮਾਤੀ ਨੇ, ਕਿ ਕਰਾਮਾਤੀ ਮਨੁੱਖ ਨੂੰ ਜੇਲ੍ਹ ਰੋਕ ਸਕਦੀ ਹੈ, ਪਾਣੀ ਡੋਬ ਸਕਦਾ ਹੈ, ਅੱਗ ਸਾੜ ਸਕਦੀ? ਕਦੇ ਨਹੀਂ, ਕਿਉਂਕਿ ਉਹ ਇਹਨਾਂ ਦੇ ਵੱਸ ਵਿੱਚ ਨਹੀਂ, ਇਹਨਾਂ ਦੇ ਵੱਸ ਤੋਂ ਬਾਹਰ ਆਏ। ਉਹ ਬਾਦਸ਼ਾਹ ਚਿੰਤਾ 'ਚ ਬੈਠਾ ਬੈਠਾ ਗੱਲਾਂ ਕਰਦਾ ਹੈ, ਪਰ ਧਿਆਨ ਉਹਦਾ ਗੁਰੂ ਸਾਹਿਬ ਦੇ ਵਿੱਚ ਹੀ ਹੈ ਵੀ ਹੁਣ ਹੋਏਗਾ ਕੀ। ਕਹਿੰਦੇ ਕੋਈ ਹੋਰ ਤਰੀਕਾ ਦੱਸ ਦਿਓ, ਆਪਾਂ ਦੀਨੇ ਇਸਲਾਮ ਵਿੱਚ ਸਤਿਗੁਰਾਂ ਨੂੰ ਲੈ ਆਈਏ, ਅੱਜ ਕੱਲ ਵਿੱਚ ਮੁਸਲਮਾਨ ਬਣਾਈਏ। ਕਿਉਂਕਿ ਜੇ ਸ਼ਰੇਆਮ ਗੱਲ ਗੁਰੂ ਸਾਹਿਬ ਨਾਲ ਕਰਦੇ ਆ, ਮਰਦ ਮੁਸਲਮਾਨ ਬਣ ਜਾਓ, ਉਹ ਸੀਸ ਲਾਉਂਦੇ ਕਦੇ ਹੋ ਹੀ ਨਹੀਂ ਸਕਦਾ, ਕਦੇ ਨਾ ਹੋਣ ਦਿਆਂਗੇ। ਕਿਉਂਕਿ ਪਿੱਛੇ ਉਹ ਔਰੰਗਜ਼ੇਬ ਬਾਦਸ਼ਾਹ ਨੂੰ ਮਰਦ ਨੇ ਕਿਹਾ ਸੀ ਨਾ, 5 ਮਣ ਮਿਰਚਾਂ ਸਾੜ ਦੇ ਖਾਲੀਆਂ, ਸਾੜੀਆਂ ਗਈਆਂ। ਮਣਾ ਮੁਹੀ ਲੱਕੜਾਂ ਦੇ ਵਿੱਚ ਬਚੀਆਂ ਨੇ 3, ਉਹਨਾਂ ਨੂੰ ਵੀ ਦਬਾ ਦੇਖਦੇ ਨੇ, ਜੇ ਇਹ ਭਸਮ ਬਣ ਜਾਣ, ਸਵਾਹ ਬਣ ਜਾਣ। ਪਰ ਜਦੋਂ 3 ਬਚੀਆਂ, ਸਤਿਗੁਰ ਕਹਿੰਦੇ ਐਨੀ ਅੱਗ ਦੇ ਵਿੱਚ ਜੇ 3 ਮਿਰਚਾਂ ਬਚ ਸਕਦੀਆਂ ਨੇ, ਤੇ ਇੱਥੇ ਤੂੰ ਇੱਕ ਦੀ ਗੱਲ ਕਰਦਾ ਹੈ, ਹਿੰਦੂਆਂ ਤੋਂ ਮੈਂ ਮੁਸਲਮਾਨ ਬਣਾ ਕੇ ਇੱਕ ਧਰਮ ਕਰ ਦਿਆਂਗਾ। ਮਰਦ ਕਹਿੰਦੇ ਇੱਕ ਨਹੀਂ, ਇੱਥੇ 3 ਰਹਿਣਗੇ, ਭਾਵੇਂ ਇੱਥੇ ਅੱਗ ਵਾਂਗ ਜਿੰਨੀ ਮਰਜ਼ੀ ਭੱਠੀ 'ਚ ਪਖੰਡ ਝੁਕਦਾ ਹੋਵੇ, ਜਿੰਨਾ ਮਰਜ਼ੀ ਕੋਈ ਤਪਸ਼ ਮਚਾ ਲਏ, ਜ਼ੋਰ ਲਾ ਲਏ, ਕੋਈ ਧਰਮ ਖਤਮ ਨਹੀਂ ਕਦੇ ਹੋ ਸਕਦਾ। ਸਤਿਗੁਰਾਂ ਦੇ ਬਚਨ ਸੀ, ਤੇ ਔਰੰਗਜ਼ੇਬ ਨੂੰ ਉਹ ਬਚਨ ਚੁੱਭਦੇ। ਕੋਈ ਉਸ ਦਿਨ ਦਾ ਸਭਾ ਵਿੱਚ ਬੈਠਾ, ਉਹ ਆਪਣੇ ਆਪ ਨੂੰ ਸ਼ਰਮਿੰਦਾ ਸਮਝਦਾ ਹੈ ਵੀ ਗੁਰੂ ਸਾਹਿਬ ਨੇ ਜੋ ਬਚਨ ਕਹਿ ਦਿੱਤਾ, ਇਹ ਮੇਰੀ ਗੱਲ ਉਲਟੀ ਹੋ ਗਈ, ਕਿਉਂਕਿ ਉਲਟੀ ਗੰਗਾ ਬਹਿ ਰਹੀ ਹੈ। ਹੋ ਕਿਵੇਂ ਗਿਆ?
ਹੁਣ ਇੱਥੇ ਸਾਰੇ ਬੰਦੇ ਆਪਣੀਆਂ ਆਪਣੀਆਂ ਸਕੀਮਾਂ ਦੱਸਦੇ ਨੇ। ਕਹਿੰਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਇੱਕ ਧੋਖਾ ਕਰਦੇ ਹੋ, ਰਾਤ ਵੇਲੇ ਸੁੱਤੇ ਪਿਆਂ ਨੂੰ ਉਹਨਾਂ ਨੂੰ ਕਲਮਾ ਸੁਣਾ ਦਿਓ। ਜਦੋਂ ਕਲਮਾ ਸੁਣ ਲੈਣਗੇ ਮੁਸਲਮਾਨ ਬਣ ਜਾਣਗੇ। ਗੁਰਮੁਖੋ, ਜਿੰਨਾ ਮਰਜੀ ਕੋਈ ਜ਼ਬਰ ਜ਼ੁਲਮ ਕਰਕੇ ਕਿਸੇ ਨੂੰ ਧਰਮ ਦੀ ਸ਼ਰ੍ਹਾ 'ਚ ਲੈ ਆਵੇ, ਜਦੋਂ ਤੱਕ ਦਿਲ ਨਹੀਂ ਨਾ ਬਣਿਆ ਸਿੱਖ ਹਿੰਦੂ ਮੁਸਲਮਾਨ, ਉਦੋਂ ਤੱਕ ਬੰਦਾ ਧਰਮੀ ਨਹੀਂ ਹੋ ਸਕਦਾ। ਆਖੋ ਸਤਿਨਾਮ। ਇਹ ਤੇ ਮਨ ਦੀਆਂ ਗੱਲਾਂ ਨੇ। ਤਨ ਤੇ ਸਿੱਖੀ ਦਾ ਲਿਬਾਸ ਪਾ ਕੇ ਵੀ ਕੋਈ ਫਿਰੀ ਜਾਏ ਮੈਂ ਸਿੱਖਾਂ, ਸਿੱਖ ਥੋੜਾ ਹੈ। ਜਦੋਂ ਤੱਕ ਮਨ ਨੇ ਸਿੱਖਿਆ ਹੀ ਕੁਝ ਨਹੀਂ, ਮਨ ਸਿੱਖ ਬਣਿਆ ਹੀ ਨਹੀਂ, ਮਨ ਨੇ ਗੁਰੂ ਨੂੰ ਗੁਰੂ ਆਪਣਾ ਪਿਤਾ ਸਮਝਿਆ ਹੀ ਨਹੀਂ, ਉਦੋਂ ਤੱਕ ਸਿੱਖ ਕਿੱਥੋਂ ਹੈ। ਇਹ ਤੇ ਜਦੋਂ ਮਨ ਨੇ ਮੰਨ ਲਿਆ ਨਾ ਵੀ ਇਹ ਗੁਰੂ ਮੇਰਾ ਪਰਮੇਸ਼ਰ ਆ ਤੇ ਮੈਂ ਇਹਦਾ ਸੇਵਕ ਆ, ਮੋਕੋ ਦਾਸ ਤਬਨ ਕਾ ਜਾਨੋ, ਮੈਨੂੰ ਉਹਦਾ ਸੇਵਕ ਜਾਣੋ, ਤੇ ਸਮਝੋ ਫਿਰ ਉਹ ਧਰਮ 'ਚ ਪ੍ਰਪੱਕ ਹੈ। ਅੱਜ ਇੱਥੇ ਮੁੱਲੇ ਕਹਿੰਦੇ ਨੇ ਜੀ ਗੁਰੂ ਸਾਹਿਬ ਨੂੰ ਕੁਰਾਨ ਦੀਆਂ ਆਇਤਾਂ ਸੁਣਾ ਦਿਓ। ਹੋ ਸਕਦਾ ਕੁਰਾਨ ਸੁਣ ਕੇ ਇਸਲਾਮ ਵਿੱਚ ਆ ਜਾਵਣ। ਜਮਾਦਾਰ ਕਾਰਾਗ੍ਰਹਿ ਕੀਰਾ, ਤਹ ਤਾਰਿਓ ਕਹਿ ਤਰਾਸ ਕਨੇਰਾ। ਬਾਦਸ਼ਾਹ ਨੇ ਕੋਲ ਖੜੇ ਉਸ ਜੇਲਰ ਨੂੰ ਪੂਰਾ ਤਾੜਿਆ। ਜਿੰਨਾ ਹੋ ਸਕਦਾ ਸੀ ਉਹਨਾਂ ਝਿੜਕਿਆ, ਜਿੰਨਾ ਬੋਲ ਸਕਦਾ ਸੀ ਬੋਲਿਆ, ਕਿਉਂਕਿ ਪਹਿਲਾਂ ਤੇ ਕਹਿੰਦਾ ਸੀ ਤੈਨੂੰ ਫਾਹੇ ਟੰਗੂੰਗਾ, ਪਰ ਬਾਦਸ਼ਾਹ ਨੇ ਦੇਖਿਆ ਵੀ ਇਹਦੀ ਗੱਲ ਵੀ ਬੜੀ ਮਜ਼ਬੂਤ ਆ ਤੇ ਗੱਲ ਉਹਦੀ ਵੀ ਮਜ਼ਬੂਤ ਹੈ। ਇਹਦਾ ਮਤਲਬ ਦੋਨੇ ਸੱਚੇ ਨੇ ਤੇ ਸੱਚੇ ਸਤਿਗੁਰ ਵੀ ਨੇ। ਆਖੋ ਸਤਿਨਾਮ। ਸੱਚੇ ਨੂੰ ਵੇਖਣ ਵਾਲਾ ਸੱਚੀ ਉਹ ਗੱਲ ਕਰਦਾ ਹੁੰਦਾ ਹੈ, ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ। ਤੇ ਹੁਣ ਔਰੰਗਜ਼ੇਬ ਬਾਦਸ਼ਾਹ ਨੇ ਕਈ ਸਕੀਮਾਂ ਲਾਈਆਂ। ਕਾਜੀ ਤੇ ਮੁੱਲਾ ਇਹ ਸੋਚਦੇ ਨੇ ਵੀ ਜੇ ਸਤਿਗੁਰਾਂ ਨੂੰ ਧੋਖੇ ਨਾਲ ਅਸੀਂ ਮੁਸਲਮਾਨ ਬਣਾ ਲਈਏ ਬਹੁਤ ਵੱਡੀ ਗੱਲ ਹੈ, ਤੇ ਔਰੰਗਜ਼ੇਬ ਬਾਦਸ਼ਾਹ ਨੇ ਸਾਨੂੰ ਪਿਆਰ ਸਨਮਾਨ ਦੇਣਾ ਵੀ ਵਾਹ ਬਈ ਵਾਹ, ਜੋ ਮੈਂ ਨਹੀਂ ਕਰ ਸਕਿਆ ਤੁਸੀਂ ਕਰਕੇ ਵਿਖਾਤਾ। ਅਸਲ 'ਚ ਬੰਦਾ ਹੁੰਦਾ ਹੀ ਸ਼ੇਖੀ ਦਾ ਭੁੱਖਾ ਹੈ, ਹੋਰ ਕੁਝ ਵੀ ਨਹੀਂ। ਬਸ ਇੰਨਾ ਕੀ ਹੈ, ਮੈਂ ਕਰਕੇ ਵਿਖਾਤਾ। ਤੇ ਰੱਬ ਦੇ ਪਿਆਰੇ ਕਹਿੰਦੇ ਮੈਂ ਛੱਡਣੀ ਹੈ, ਦੁਨੀਆ ਕਹਿੰਦੀ ਮੇਰੇ ਬਿਨਾਂ ਹੋਣਾ ਕੁਝ ਨਹੀਂ। ਤੇ ਮੌਲਵੀਆਂ ਨੂੰ ਕਾਜ਼ੀਆਂ ਨੂੰ ਜਦੋਂ ਗੱਲ ਬਾਦਸ਼ਾਹ ਪੁੱਛਦਾ ਕੋਈ ਤਰੀਕਾ ਦੱਸੋ, ਕਹਿੰਦੇ ਜੀ ਅੱਜ ਦੀ ਰਾਤ ਸਾਨੂੰ ਦੇ ਦਿਓ, ਅੱਜ ਦੀ ਰਾਤ ਸਵੇਰ ਹੁੰਦਿਆਂ ਇਹੋ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ। ਗੁਰੂ ਸਾਹਿਬ ਵੀ ਦੰਗ ਰਹਿ ਜਾਣਗੇ ਤੇ ਸਿੱਖ ਵੀ ਰਹਿ ਜਾਣਗੇ। ਤੇ ਜੇਲਰ ਨੂੰ ਹੋਰ ਤਾੜਿਆ, ਕਹਿੰਦਾ ਜਿੱਥੇ ਇੱਕ ਸਿਪਾਹੀ ਖੜਾ 5 ਖੜੇ ਕਰ ਉੱਥੇ। ਸਾਰੀ ਰਾਤ ਸਤਿਗੁਰਾਂ ਨੂੰ ਸੌਣ ਦਿੱਤਾ ਜਾਵੇ ਨਾ। ਜਿਖਿਓ ਚਲਿਓ ਜਾਏ ਨਾ ਕਿਉਂ, ਆਪ ਸਿੱਖਣ ਗ੍ਰਹਿ ਗਮਨਿਓ ਜੋ। ਕਹਿੰਦੇ ਜਦੋਂ ਜੇਲਰ ਨੂੰ ਤਾੜ ਕੇ ਭੇਜਿਆ, ਜੇਲਰ ਨੇ 5 ਦੀ ਥਾਂ ਤੇ 10-10 ਬੰਦੇ ਖੜੇ ਕਰਤੇ। ਉਹਨੂੰ ਆਪਣੀ ਜਾਨ ਦਾ ਫਿਕਰ ਪਿਆ ਵੀ ਸਭ ਕੁਝ ਕਰਨ ਤੋਂ ਬਾਅਦ ਵੀ ਉਹ ਕੁਝ ਮੇਰੇ ਨਾਲ ਹੋ ਰਿਹਾ ਹੈ, ਮਨਾ ਇਹ ਸੱਚ ਹੈ ਜਾਂ ਸੁਪਨਾ ਹੈ, ਸਮਝ ਨਹੀਂ ਨਾ ਆ ਰਹੀ। ਕਈ ਵਾਰ ਬੰਦਾ ਐਸਾ ਕੁਝ ਨਹੀਂ ਕਰਦਾ, ਕੁਦਰਤ ਕਰਵਾਈ ਜਾਂਦੀ ਉਹਦੇ ਤੋਂ। ਬੰਦਾ ਕਹਿੰਦਾ ਮੈਂ ਸੱਚੇ ਰਾਹ ਚੱਲਦਾ, ਮੈਂ ਸਹੀ ਚੱਲ ਰਿਹਾ, ਲੋਕੀ ਕਹਿੰਦੇ ਤੂੰ ਜਮਾ ਗਲਤ ਹੈ, ਤੂੰ 1% ਸਹੀ ਨਹੀਂ। ਤੇ ਫਿਰ ਮਨ ਨੂੰ ਪੁੱਛੀਦਾ ਵੀ ਤੂੰ ਤੇ ਕੋਈ ਗਲਤ ਕੰਮ ਕਰਿਆ ਕੋਈ ਨਹੀਂ, ਮਾੜਾ ਸੋਚਿਆ ਨਹੀਂ, ਕਿਸੇ ਦਾ ਬੁਰਾ ਕੀਤਾ ਕੋਈ ਨਹੀਂ, ਤੇ ਲੋਕੀ ਕਹਿੰਦੇ ਤੇਰੇ ਵਰਗਾ ਮਾੜਾ ਕੋਈ ਨਹੀਂ। ਫਰਕ ਕੀ ਹੈ? ਕਈ ਵਾਰ ਗੱਲ ਸੋਚ ਤੋਂ ਬਾਹਰ ਹੁੰਦੀ, ਸੋਚੀ ਦਾ ਕੁਝ ਹੋਰ ਹੁੰਦਾ ਤੇ ਰੱਬ ਕਰਾਈ ਕੁਝ ਹੋਰ ਜਾਂਦਾ ਹੈ। ਜੇਲਰ ਚਿੰਤਾ ਵਿੱਚ ਆਇਆ, ਆ ਕੇ ਸਭ ਨੂੰ ਟੁੱਟ ਪਵੇ। ਕਹਿੰਦਾ ਜੇ ਅੱਜ ਕੋਈ ਤੁਹਾਡੇ ਚੋਂ ਇੱਕ ਬੰਦਾ ਵੀ 1 ਮਿੰਟ ਇੱਧਰ ਉੱਧਰ ਹੋ ਗਿਆ ਤੇ ਮੈਂ ਇੱਥੇ ਸਿਰ ਲਾ ਦਿੰਦਾ। ਉਹ ਬੜੀ ਸਖਤੀ ਕਰੀ ਫਿਰਦਾ, ਹੁਣ ਤੇ ਆਪ ਕੁਰਸੀ ਢਾ ਕੇ ਸਾਹਮਣੇ ਬਹਿ ਗਿਆ ਜੇਲ੍ਹ ਤੇ ਵੀ ਮੈਂ ਵੇਖਦਾ ਸਤਿਗੁਰ ਕਿਵੇਂ ਜਾਣਗੇ। ਰਾਤ ਦਿਵਸ ਜਿਦ ਹੋਏ ਸਿਪਾਹੀ, ਸ਼ਸਤਰ ਸਹਿਤ ਠਾਂਡੇ ਰਹਿ ਪਾਈ। ਹੁਣ ਸ਼ਸਤਰ ਧਾਰੀ ਤਿੱਖੀਆਂ ਨੰਗੀਆਂ ਤਲਵਾਰਾਂ ਲੈ ਕੇ ਉਸ ਏਰੀਏ 'ਚ ਗਸ਼ਤ ਕਰਦੇ, ਜਿੱਥੇ ਸਤਿਗੁਰ ਜੀ ਸਾਹਮਣੇ ਕੋਠੇ ਵਿੱਚ ਬੈਠੇ ਨੇ ਨਾ, ਘੁੱਪ ਹਨੇਰੇ 'ਚ ਜਿਹੜਾ ਰਸਤਾ ਆਉਂਦਾ, ਆਸੇ ਪਾਸੇ ਬੈਰਕਾਂ ਬਣੀਆਂ ਨੇ, ਉਸ ਰਸਤੇ 'ਚ ਨੰਗੀਆਂ ਤਿੱਖੀਆਂ ਤਲਵਾਰਾਂ ਲੈ ਕੇ ਘੁੰਮ ਰਹੇ ਨੇ। ਹੁਣ ਇੱਕ ਲਾਈਟ ਪਾਈ ਗਈ ਸਾਹਮਣੇ ਤੋਂ, ਲਾਈਟ ਉਹ ਸਮੇਂ ਦੀ ਦੀਵੇ ਵਰਗੀ, ਜਿਹਦੀ ਰੌਸ਼ਨੀ ਬਿਲਕੁਲ ਸਾਹਮਣੇ ਜਾ ਕੇ ਪੈਂਦੀ, ਜਿਸ ਵਿੱਚ ਸਤਿਗੁਰਾਂ ਦੇ ਚਿੱਟੇ ਵਸਤਰ ਦਿਸ ਰਹੇ ਨੇ। ਇੰਨੀ ਹਲਕੀ ਜਿਹੀ ਲਾਈਟ ਹੈ, ਰੌਸ਼ਨੀ ਹੈ, ਵੇਖਿਆ ਜਾ ਰਿਹਾ ਗੁਰੂ ਸਾਹਿਬ ਬੈਠੇ ਦੀ ਨਜ਼ਰ ਉਹਨਾਂ ਸਿਪਾਹੀਆਂ ਦੀ ਉੱਥੇ ਰਹਿੰਦੀ ਹੈ। ਤੇ ਹੁਣ ਜੇਲਰ ਵੀ ਕੋਲੇ ਬੈਠਾ ਹੈ। ਹੁਣ ਥੋੜੀ ਜਿਹੀ ਮਨ ਨੂੰ ਤਸੱਲੀ ਹੋਈ ਵੀ ਸਤਿਗੁਰ ਦਿਸ ਰਹੇ ਨੇ, ਹੁਣ ਬਾਹਰ ਜਾਣਗੇ ਨਹੀਂ। ਆਖਣ ਆਗੇ ਦੇਖਤ ਰਹੀਐ,
ਤਰਾਸ ਮੋਹੇ ਦਿਸਤੇ ਤਿਸ ਕਹੀਐ। ਜਿਸ ਗੱਲ ਦੀ ਡਰ ਸੀ, ਜਿਸ ਗੱਲ ਦਾ ਮਨ ਵਿੱਚ ਖੌਫ ਸੀ, ਅੱਜ ਉਹ ਗੱਲ ਹੋਣੀ ਨਹੀਂ, ਕਿਉਂਕਿ ਬੰਦਾ ਅੱਖੀ ਦੇਖੀ ਗੱਲ ਤੇ ਵਿਸ਼ਵਾਸ ਕਰਦੇ। ਅੱਜ ਆਪਣੀ ਹੋਸ਼ ਵਿੱਚ ਜੇਲਰ ਘੁੰਮਦਾ ਫਿਰਦਾ ਤੇ ਸਿਪਾਹੀਆਂ ਨੂੰ ਫੇਰ ਵੀ ਤਾੜੀ ਜਾਂਦਾ, ਕਹਿੰਦਾ ਇਤਵਾਰ ਨਾ ਕਰਿਓ, ਇਹ ਕਰਾਮਾਤ ਵਰਤਾ ਕੇ ਨਿਕਲ ਸਕਦੇ ਨੇ। ਹੁਣ ਉਹ ਵਿਚਾਰੀ ਦੀ ਮੱਤ ਤੇ ਵੀ ਪਰਦਾ ਪਿਆ ਵੀ ਜੇ ਕਰਾਮਾਤ ਵਰਤਾਉਣ ਤੇ ਆ ਗਏ ਤੇ ਫਿਰ ਤੈਨੂੰ ਕਿਹੜਾ ਦੱਸ ਕੇ ਜਾਣਗੇ। ਆਖੋ ਸਭ ਨਾਮ ਜਿਹੜਾ ਕਰਾਮਾਤ ਤੇ ਆ ਗਿਆ ਉਹਨੇ ਦੱਸਣਾ ਥੋੜੀ ਹੈ ਕੁਝ, ਉਹ ਕੁਝ ਵੀ ਕਰਦੇ। ਕਿਤੇ ਭਲੇ ਮਾਨਸੀ ਜਾਣੋ ਮੇਰੇ ਸਤਿਗੁਰਾਂ ਦੀ ਸਭ ਕੁਝ ਹੁੰਦੇ ਹੋਏ ਵੀ ਇੰਨਾ ਟੌਰਚਰ ਚੱਲ ਰਿਹਾ ਹੈ। ਮਾਨਸਿਕ ਤਣਾਅ ਵਿੱਚ, ਸਰੀਰਕ ਤਣਾਅ ਵਿੱਚ ਸਤਿਗੁਰ ਬੈਠੇ ਨੇ, ਪਰ ਅੰਦਰੋਂ ਆਨੰਦ ਵਿੱਚ ਫਰਕ ਕੋਈ ਨਹੀਂ। ਕਹਿਓ ਜੇ ਮਾਨ ਲਿਓ ਕਿਸ ਰੀਤ, ਤਾਰਨ ਕਰੇ ਤਰਾਸ ਹੋਏ ਚੀਤ। ਤੇ ਹੁਣ ਜੇਲਰ ਵੀ ਕੋਲੇ ਆ ਕੇ ਕਦੇ ਕਦੇ ਸਤਿਗੁਰਾਂ ਨੂੰ ਕਹਿ ਦਿੰਦਾ, ਮਹਾਰਾਜ ਤੁਸੀਂ ਉਹ ਮੰਨ ਜੋ, ਮਰਦ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜੇਲ੍ਹ ਵਿੱਚ ਰਹਿਣ ਕਰਕੇ ਤੁਹਾਡੇ ਸਾਨੂੰ ਫਰਕ ਹੀ ਫਰਕ। ਆਖੋ ਸਤਿਨਾਮ। ਸ਼ਾਮ ਤੇ ਸਾਡੀ ਆਈ ਹੋਈ ਹੈ ਨਾ, ਤੁਸੀਂ ਤੇ ਦੁੱਖਾਂ ਵਿੱਚ ਵੀ ਸੁਖੀ ਹੋ, ਤੁਹਾਨੂੰ ਫਰਕ ਕੋਈ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਉਹ ਸੱਜਣਾ ਤੂੰ ਕਾਹਦੀ ਚਿੰਤਾ ਕਰਦਾ, ਤੇਰਾ ਤੇ ਉਹ ਰੰਗਜੇਬ ਬਾਲ ਵੀ ਵਿੰਗਾ ਨਹੀਂ ਕਰ ਸਕਦਾ। ਆਖੋ ਸਤਿਨਾਮ। ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ। ਮਰਦ ਨੇ ਇਹ ਨਹੀਂ ਕਿਹਾ ਵੀ ਸਾਨੂੰ ਢਿੱਲ ਦੇ ਦੇ ਥੋੜੀ ਜੀ, ਤੂੰ ਚੰਗਾ ਬੰਦਾ, ਇੱਥੇ ਕਿਹੜਾ ਬਾਦਸ਼ਾਹ ਦੇਖਦਾ ਹੈ। ਪਰ ਗੁਰੂ ਸਾਹਿਬ ਨੂੰ ਕਹਿੰਦੇ ਨੇ ਤੂੰ ਆਪਣੀ ਡਿਊਟੀ ਵਿੱਚ ਕੁਤਾਹੀ ਨਾ ਕਰੀ, ਦਿਨ ਰਾਤ ਆਪਣਾ ਈਮਾਨ ਰੱਖ ਕੇ ਆਪਣਾ ਕਰਮ ਕਰ। ਤੋ ਮਮ ਟਿਕ ਤਬ ਆਏ ਕਹੀਜੈ, ਰਹੋ ਸੁਚੇਤ ਵਿਸਾਸ ਨ ਕੀਜੈ। ਹੁਣ ਜੇਲਰ ਨੇ ਬਾਦਸ਼ਾਹ ਨੂੰ ਇਹ ਗੱਲ ਕਹੀ ਸੀ, ਜੇ ਮੈਨੂੰ ਕੋਈ ਮਾੜੀ ਮੋਟੀ ਗੜਬੜ ਲੱਗੇ, ਹਿੱਲ ਜੁਲ ਲੱਗੇ ਬਾਦਸ਼ਾਹ, ਮੈਂ ਫੌਰਨ ਤੁਹਾਡੇ ਕੋਲ ਆ ਜਾਣਾ। ਹੁਣ ਤੇ ਆਪੇ ਆਊ। ਉਧਰ ਮੁੱਲਾ ਸੋਚੀ ਜਾਂਦਾ ਹੈ, ਕਹਿੰਦਾ 2 ਦਿਨ ਹੋ ਗਏ ਹੁਣ ਗੁਰੂ ਜੀ ਨਹੀਂ ਦੱਸਿਆ। ਆਖੋ ਸਤਿਨਾਮ। 2 ਦਿਨ ਤੋਂ ਸਤਿਗੁਰ ਬਾਹਰ ਨਹੀਂ ਆਏ। ਖੇਡ ਸੀ, ਕਿਉਂਕਿ ਹੰਕਾਰ ਵਧਾਉਣਾ ਨਾ, ਰੱਬ ਜਦੋਂ ਬੰਦੇ ਨੂੰ ਮਾਰਦਾ ਹੈ ਹੰਕਾਰ ਦੀ ਦਾਤ ਬਖਸ਼ ਦਿੰਦਾ ਹੈ ਵੀ ਹੁਣ ਆਪਣੇ ਆਪ ਚ ਹਵਾ ਭਰੀ ਚੱਲ, ਮਰੀ ਚੱਲ। ਹੰਕਾਰੀ ਬੰਦੇ ਦਾ ਦੁਸ਼ਮਣ ਥੋੜਾ ਕੋਈ ਹੁੰਦਾ, ਉਹ ਆਪਣਾ ਦੁਸ਼ਮਣ ਹੀ ਹੁੰਦਾ, ਆਪਣੇ ਪੈਰ ਕੁਹਾੜਾ ਮਾਰੀ ਜਾਊ, ਹਰ ਇੱਕ ਨੂੰ ਵੱਧ ਘੱਟ ਬੋਲ ਦੂ, ਮਾੜਾ ਚੰਗਾ ਕਹੀ ਜਾਊ। ਹੁਣ ਕਹਿੰਦੇ ਮੌਲਵੀ ਬੜਾ ਖੁਸ਼ ਹੋਇਆ ਫਿਰਦਾ, ਰੋਜ਼ ਸਭਾ ਵਿੱਚ ਆਇਆ ਕਰੇ। ਕਹਿੰਦਾ ਵੇਖਿਆ ਜੀ, ਜੇਲਰ ਦੀ ਮਿਲੀ ਭੁਗਤ ਸੀ, ਗੁਰੂ ਸਾਹਿਬ ਰੋਜ਼ ਨਿਕਲ ਜਾਂਦੇ ਸੀ, ਇਹ ਰੋਜ਼ ਰਾਤ ਵੇਲੇ ਉਹਨਾਂ ਦੀਆਂ ਕਲਾਈਆਂ ਤੋਂ ਤਾਲਾ ਖੋਲ ਦਿੰਦਾ ਸੀ। ਪਰ ਜੇਲਰ ਵੀ ਵਿਚਾਰਾ ਸੋਚਦਾ ਹੈ, ਕਹਿੰਦਾ ਮਨਾ ਮੇਰਿਆ, ਕਿ ਜਿੰਨਾ ਮਰਜ਼ੀ ਤੇਰੇ ਤੇ ਪ੍ਰਭਾਵ ਪਾਈ ਜਾਵੇ, ਤੂੰ ਸੱਚਾ ਹੈ, ਜੇ ਸੱਚਾ ਹੈ ਤੇ ਖੁਦਾ ਤੇਰੇ ਪੱਖ ਵਿੱਚ ਜ਼ਰੂਰ ਖੜੂਗਾ। ਆਖੋ ਸਤਿਨਾਮ। ਹੁਣ ਤੱਕ ਖੜੇ ਹੈ। ਜਿਹੜੇ ਹਾਲਾਤ ਮੌਲਵੀ ਕਾਜ਼ੀਆਂ ਨੇ ਜੇਲਰ ਦੇ ਬਣਾਏ ਹੋਏ ਸੀ, ਸਸਪੈਂਸ਼ਨ ਦੀ ਗੱਲ ਛੱਡੋ, ਉਹਦੀ ਤੇ ਜਾਨ ਦਾ ਵੀ ਖਤਰਾ ਸੀ। ਉਹ ਰੰਗਜੇਬ ਕਿਸੇ ਨਾਲ ਲਿਹਾਜ਼ ਨਹੀਂ ਕਰਦਾ, ਉਹ ਕਿਸੇ ਨੂੰ ਮਿੱਤ ਨਹੀਂ ਜਾਣਦਾ, ਹਿਟਲਰ ਤੋਂ ਵੀ ਭੈੜਾ ਉੱਤੇ, ਕਹਿੰਦਾ ਮਾਰ ਦਿਓ ਇਹਨੂੰ, ਖਤਮ ਕਰ ਦਿਓ, ਖੂਨ ਡੋਲ ਦਿਓ। ਪਰ ਜੇਲਰ ਵਕਤ ਕੱਟੀ ਜਾਂਦਾ ਹੈ। ਅੱਜ ਉਹ ਬੜੀ ਸਖਤੀ ਨਾਲ ਸਤਿਗੁਰਾਂ ਦਾ ਬਚਨ ਮੰਨ ਕੇ ਡਿਊਟੀ ਨਿਭਾਉਂਦਾ ਹੈ। ਇੱਥੋਂ ਤੱਕ ਸਤਿਗੁਰਾਂ ਨੂੰ ਉੱਠਣ ਵੀ ਦਿੱਤਾ ਨਹੀਂ ਜਾਂਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਰੀੜ ਦੀ ਹੱਡੀ ਸਿੱਧੀ ਕਰਕੇ ਚੌਂਕੜਾ ਲਾ ਕੇ ਬੈਠੇ ਨੇ। ਉਹ ਕਾਲ ਕੋਠੜੀ ਬੜੀ ਛੋਟੀ ਹੈ, ਨਾ ਤੁਰਿਆ ਜਾ ਸਕਦਾ, ਨਾ ਖੜੇ ਹੋਇਆ ਜਾ ਸਕਦਾ। ਉਹਦੇ ਵਿੱਚ ਪਿੰਜਰਾ ਟਾਈਪ। ਕਿਉਂ ਕੀਤਾ ਇਹਨਾਂ? ਸਿਰਫ ਇਸ ਕਰਕੇ ਤਨ ਦੇ ਦੁੱਖਾਂ ਤੋਂ ਦੁਖੀ ਹੋ ਕੇ ਸਿੱਖਾਂ ਦਾ ਗੁਰੂ ਝੁਕ ਜਾਏਗਾ, ਪਰ ਜੋ ਹੋਣਾ ਕਦੇ ਨਹੀਂ। ਜੇ ਕਰ ਜਾਏ ਨਿਕਟ ਕਰ ਕੈਸੇ, ਹੋਏ ਤਾਰਨਾ ਤੁਝ ਪਰ ਤੈਸੇ। ਕਹਿੰਦੇ ਹਰ ਪਾਸੇ ਅੱਗ ਬਾਲ ਕੇ ਜੇਲ੍ਹ ਤੋਂ ਦੂਰ ਦੂਰ ਤੱਕ, ਕਿਲੇ ਤੋਂ ਬਾਹਰ ਬਾਹਰ ਤੱਕ ਸਿਪਾਹੀ ਬੈਠੇ ਨੇ, ਧਿਆਨ ਰੱਖਦੇ ਨੇ ਕਿਤੇ ਗੁਰੂ ਸਾਹਿਬ ਇੱਧਰ ਨੂੰ ਨਾ ਲੰਘਣ। ਜੇ ਜੇਲ੍ਹ ਚ ਜਾਣਗੇ, ਜਾਂਦੇ ਦਿਸਣਗੇ ਤਾਂ ਸਹੀ, ਤਾਲੇ ਖੁੱਲਣਗੇ, ਆਵਾਜ਼ ਤੇ ਆਊਗੀ। ਸੂਹਾ ਲੈਣ ਵਾਲੇ ਸੂਈਏ ਵੀ ਫਿਰਦੇ ਨੇ ਵੀ ਜਦੋਂ ਕਿਤੇ ਰਾਤ ਨੂੰ ਤਾਲਾ, ਕੋਈ ਸੰਗਲੀ ਖੜ ਕੇ ਦਰਵਾਜ਼ਾ ਖੁੱਲੇ, ਕਿਉਂਕਿ ਆਵਾਜ਼ ਤੇ ਹੁੰਦੀ ਇਹਨਾਂ ਚੀਜ਼ਾਂ, ਰਾਤ ਵੇਲੇ ਵੱਧ ਜਾਂਦੀ ਹੈ, ਏਰੀਆ ਸ਼ਾਂਤ ਹੁੰਦਾ ਵੀ ਉਸ ਵੇਲੇ ਬਾਦਸ਼ਾਹ ਨੂੰ ਖੁਫੀਆ ਰਿਪੋਰਟ ਜਾ ਕੇ ਦਿਆਂਗੇ, ਕਿਉਂਕਿ ਹੁਣ ਮੁੱਲਾ ਤੇ ਕਾਜੀ ਜੇਲਰ ਪਿੱਛੇ ਹੱਥ ਧੋ ਕੇ ਪਏ ਨੇ, ਇਹਨੂੰ ਜ਼ਰੂਰ ਫਸਾਉਣਾ ਏ। ਸੰਕਟ ਕਨੇ ਪਾਏ ਜਿਮ ਸੋਈ, ਕਰੋ ਸੋ ਰੀਤ ਜੇ ਸੁਧਾ ਹੋਈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਨਿਤ ਸੰਕਟ ਦਿੱਤੇ ਜਾ ਰਹੇ ਨੇ, ਦੁੱਖ ਘੋਰ ਤਸੀਹੇ। ਸਭ ਤੋਂ ਵੱਡਾ ਦੁੱਖ ਹੁੰਦਾ ਭੁੱਖ ਤੇ ਪਿਆਸ ਦਾ, ਉਹ ਵੀ ਸਤਿਗੁਰ ਚੱਲ ਰਹੇ ਨੇ। ਸਾਰੀ ਰਾਤ ਗੁਰੂ ਸਾਹਿਬ ਸੌਂਦੇ ਨਹੀਂ, ਨੇਤਰ ਖੁੱਲੇ ਨੇ। ਜੇ ਅੱਖ ਲੱਗੇ ਤੇ ਲੋਹੇ ਦੀਆਂ ਸਲਾਈਆਂ ਲੈ ਕੇ ਕੋਲ ਖੜੇ ਨੇ, ਚੋਗ ਮਾਰਦੇ ਨੇ, ਸੌਣਾ ਨਹੀਂ।
ਜਾਗਦੇ ਰਹਿਣਾ ਹੈ। ਗੁਰਮੁਖੋ ਭੁੱਖ ਪਿਆਸ ਹੋਵੇ ਤੇ ਕਈ ਦਿਨਾਂ ਦੇ ਅੰਗਾਏ ਹੋਈਏ ਤੇ ਬੰਦਾ ਵੈਸੇ ਹੀ ਮਰਿਆ ਹੁੰਦਾ ਹੈ, ਰਹਿੰਦਾ ਕੀ ਹੈ ਪਿੱਛੇ। ਪਰ ਮੇਰੇ ਸਤਿਗੁਰਾਂ ਦੇ ਚਿਹਰੇ ਤੇ ਮੁਸਕਰਾਹਟ ਹੈ, ਕੋਈ ਸ਼ਿਕਨ ਨਹੀਂ, ਕਿਸੇ ਦੀ ਪਰਵਾਹ ਕੋਈ ਨਹੀਂ। ਤਾੜਨ ਕਰ ਪਠਿਓ ਸਿਪਾਹੀ, ਸਾਵਧਾਨ ਠਾਂਡੋ ਰਹਿ ਪਾਈ। ਕਹਿੰਦੇ ਅੱਜ ਦੀ ਰਾਤ ਸੁੱਖਾਂ ਭਰੀ ਬਤੀਤ ਹੋਈ। ਸਤਿਗੁਰ ਆਪਣੇ ਆਨੰਦ ਵਿੱਚ ਬੈਠੇ ਨੇ। ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਵਿੱਚੋਂ 2-2 ਘੰਟੇ ਬਾਅਦ ਸਿਪਾਹੀ ਆਉਂਦੇ ਨੇ ਪਤਾ ਲੈਣ ਵਾਸਤੇ। ਖਿਲ ਜੁਲ ਤਾਂ ਨਹੀਂ ਕੋਈ ਹੋਈ ਕਿਤੇ। ਜੇਲਰ ਨੇ ਸਤਿਗੁਰਾਂ ਨਾਲ ਮਿਲੀ ਭੁਗਤ ਤੇ ਨਹੀਂ ਕੋਈ ਕੀਤੀ। ਨਾਲੇ ਜੇਲਰ ਨਾਲ ਗੱਲ ਕਰਦੇ, ਨਾਲੇ ਹਾਲਾਤ ਵੇਖਦੇ, ਨਾਲੇ ਤਾਲੇ ਚੈੱਕ ਕਰਦੇ। ਰਾਤ ਬਤੀਤ ਹੋਈ, ਰਾਤ ਗੁਜ਼ਰੀ ਹੈ। ਔਰੰਗਜ਼ੇਬ ਖੁਸ਼, ਉਧਰ ਮੌਲਵੀ ਵੱਡੀਆਂ ਵੱਡੀਆਂ ਗੱਲਾਂ ਕਰਦਾ। ਗੁਰੂ ਬਾਹਰ ਨਿਕਲ ਕੇ ਵਿਖਾਵੇ, ਕਰਾਮਾਤ ਕਰ ਜੇ ਕਰ ਗਇਓ, ਤੋ ਨਹਿ ਦੋਸ਼ ਤਨ ਕਾਮ ਭਇਓ। ਤੇ ਹੁਣ ਜੇਲਰ ਨੇ ਵੀ ਇੱਕ ਗੱਲ ਸੋਚ ਲਈ ਵੀ ਜੇ ਗੁਰੂ ਸਾਹਿਬ ਕਰਾਮਾਤ ਕਰਕੇ ਬਾਹਰ ਜਾਂਦੇ ਫਿਰ ਮੇਰਾ ਕਸੂਰ ਇਹਦੇ ਚ ਕੀ ਹੈ। ਮੈਂ ਤੇ ਕੁਝ ਨਹੀਂ ਨਾ ਕਰ ਸਕਦਾ। ਮੈਂ ਸਰੀਰ ਨੂੰ ਬੰਨ੍ਹ ਸਕਦਾ, ਸਰੀਰ ਨੂੰ। ਜੇ ਉਹ ਸਰੀਰ ਚੋਂ ਨਿਕਲ ਕੇ ਉਡਾਰੀ ਮਾਰ ਗਈ ਤੇ ਉੱਥੇ ਤੇ ਮੇਰਾ ਜ਼ੋਰ ਕੋਈ ਨਹੀਂ ਨਾ। ਹੁਣ ਔਰੰਗਜ਼ੇਬ ਬਾਦਸ਼ਾਹ ਵੀ ਇਹ ਗੱਲ ਜਾਣਦਾ ਵੀ ਪਤਾ ਕਰੋ ਖੁਦਾ ਦਾ ਵਾਸਤਾ ਕਿਤੇ ਕਰਾਮਾਤੀ ਨਾ ਗੁਰੂ ਜੀ ਹੋਣ। ਕਿਉਂਕਿ ਮੁੱਲਾਂ ਤੇ ਕਾਜ਼ੀਆਂ ਨੇ ਵਹਿਮ ਪਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿੱਚ ਕਰਾਮਾਤ ਨਹੀਂ। ਇਹ ਤੇ ਐਵੇਂ ਹੀ ਗੁਰੂ ਬੜੇ ਹੋਏ ਨੇ। ਗੁਰੂ ਤੇ ਧੀਰ ਮੱਲ ਹੈ। ਕਿਉਂਕਿ ਵਾਇਰਸ ਪਾਉਣ ਵਾਲੇ ਕੌਣ ਸੀ? ਆਪਣੇ ਸੀ, ਜਿਨ੍ਹਾਂ ਨੇ ਇਹ ਕੂੜ ਦਾ ਪ੍ਰਚਾਰ ਕੀਤਾ। ਪਰ ਸਤਿਗੁਰ ਸਭ ਕੁਝ ਹੁੰਦੇ ਹੋਏ ਵੀ ਕੁਝ ਜ਼ਾਹਰ ਨਹੀਂ ਕਰਦੇ, ਛੁਪ ਕੇ ਬੈਠੇ ਨੇ। ਪਰ ਇੱਥੇ ਬਾਦਸ਼ਾਹ ਕਹਿੰਦਾ ਜੇ ਕਰਾਮਾਤੀ ਹੁੰਦੇ ਹੁਣ ਨੂੰ ਸਭ ਕੁਝ ਕਰਕੇ ਵਿਖਾ ਦਿੰਦੇ। ਰਾਮ ਰਾਏ ਵੀ ਤੇ ਕਰਾਮਾਤ ਵਿਖਾਉਂਦਾ ਸੀ। ਇਸ ਵਿਦ ਬਿਨ ਅਸ ਕੋ ਚਲ ਜਾਇਓ, ਕੌਣ ਦੋਥਣੀ ਨੇ ਕਿਮ ਜਾਇਓ। ਔਰੰਗਜ਼ੇਬ ਬਾਦਸ਼ਾਹ ਕੋਲ ਕੋਈ ਹੋਰ ਕੇਸ ਨਹੀਂ ਆਉਂਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਗੱਲ ਦੀ ਚਿੰਤਾ ਕਰਦਾ, ਗੁਰੂ ਸਾਹਿਬ ਮੰਨ ਗਏ। ਵਿੱਚ ਵਿੱਚ ਆ ਕੇ ਵਜ਼ੀਰ ਪੁੱਛਦੇ ਨੇ ਮਹਾਰਾਜ ਕੋਈ ਵਿਚਾਰ ਬਦਲਿਆ ਅਜੇ ਤੱਕ? ਕੀ ਤੁਸੀਂ ਬਾਦਸ਼ਾਹ ਦੀ ਕੋਈ ਗੱਲ ਮੰਨਦੇ ਹੋ ਜਾਂ ਤੇ ਕਰਾਮਾਤ ਵਿਖਾਦੇ ਹੋ? ਅਜੇ ਕੋਈ ਗੱਲਾਂ ਨਹੀਂ। ਜਾਂ ਫਿਰ ਇਸਲਾਮ ਵਿੱਚ ਆ ਜਾਓ। ਜੇ ਤੁਸੀਂ ਇਸਲਾਮ ਵਿੱਚ ਆਓਗੇ ਤੁਹਾਨੂੰ ਇਹ ਲਾਭ ਹੋਣਗੇ, ਨੁਕਸਾਨ ਕੋਈ ਨਹੀਂ। ਤੁਸੀਂ ਪੀਰਾਂ ਦੇ ਪੀਰ ਹੋਵੋਗੇ। ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਵਿੱਚ ਵੱਡੀ ਗੱਦੀ ਲੱਗੇਗੀ। ਹਿੰਦੂ ਵੀ ਪੂਜਣਗੇ, ਮੁਸਲਮਾਨ ਵੀ ਪੂਜਾ ਕਰਨਗੇ। ਇਮ ਵਿਚਾਰ ਕੀਨ ਸਤ ਕਰਾਈ, ਕਾਰਾ ਗ੍ਰਹਿ ਮੈਂ ਗੁਰ ਸੁਖਦਾਈ। ਸਤਿਗੁਰ ਜੀ ਜਿਹੜੇ ਸੁੱਖਾਂ ਦੇ ਦਾਤੇ ਨੇ ਉਹ ਤੇ ਜੇਲ੍ਹ ਵਿੱਚ ਬੈਠੇ ਨੇ। ਦੂਜੇ ਪਾਸੇ ਜਾ ਕੇ ਸਿੱਖਾਂ ਨੂੰ ਪੁੱਛਦੇ ਨੇ ਤੇ ਜੇ ਤੁਸੀਂ ਤੇ ਮੰਨ ਜਾਓ ਤੁਹਾਡੇ ਗੁਰੂ ਮੰਨਗੇ। ਇਹ ਪੁਲਿਸ ਵਾਲਿਆਂ ਦਾ ਤਰੀਕਾ ਹੁੰਦਾ ਹੈ। ਦੋ ਬੰਦੇ ਇਕੱਠੇ ਹੋਣ ਨਾ ਦੋਨੋਂ ਨੂੰ ਅਲੱਗ-ਅਲੱਗ ਕਰ ਦੇਣ। ਕੋਈ ਉਹ ਤੇ ਕਹਿੰਦਾ ਮੈਂ ਚੋਰੀ ਕੀਤੀ ਹੈ, ਇਹ ਨਹੀਂ ਕਰਵਾਈ ਹੈ ਨਾਲ। ਹੁਣ ਕੱਲਾ ਬੰਦਾ ਘਬਰਾ ਜਾਂਦਾ, ਕਹਿੰਦਾ ਨਾ ਜੀ ਨਾ, ਉਹਨੇ ਕਿਹਾ ਸੀ ਮੈਂ ਤਾਂ ਕੀਤਾ। ਫਿਰ ਉਹਨੂੰ ਜਾ ਕੇ ਕਹਿ ਦੇਣਾ ਵੀ ਉਹਨੇ ਤੇਰਾ ਨਾਂ ਲਿਆ ਵੀ ਮੈਂ ਚੋਰੀ ਕੀਤੀ ਸੀ, ਕਿਹਾ ਉਹਨੇ ਸੀ, ਪਹਿਲ ਉਹਨੇ ਕੀਤੀ ਹੈ। ਉਹ ਵੀ ਮੰਨ ਗਿਆ, ਉਹ ਵੀ ਮੰਨ ਗਿਆ, ਦੋਨੇ ਹੀ ਫਸ ਗਏ। ਆਖੋ ਸਤਿਨਾਮ। ਜਿਹੜਾ ਪੱਕਾ ਬੰਦਾ ਹੁੰਦਾ ਉਹ ਕਦੇ ਨਹੀਂ ਮੰਨਦਾ, ਨਾ ਉਹਦੀ ਸੁਣੇ ਨਾ ਉਹਦੀ ਸੁਣੇ। ਕਹਿੰਦਾ ਸਾਹਮਣੇ ਬਿਠਾ ਫਿਰ ਗੱਲ ਕਰਾਂਗੇ। ਏਦਾਂ ਨਹੀਂ ਮੰਨਣਾ। ਹੁਣ ਔਰੰਗਜ਼ੇਬ ਬਾਦਸ਼ਾਹ ਆਪਣਾ ਜ਼ੋਰ ਲਾਉਂਦਾ ਹੈ, ਪੂਰਾ ਜ਼ੋਰ ਲਾਇਆ ਹੋਇਆ ਕਿਤੇ ਸਤਿਗੁਰ ਜੀ ਮੰਨ ਜਾਣ। ਸਿੱਖਾਂ ਨੂੰ ਜਾ ਕੇ ਕਿਹਾ ਜਾਂਦਾ ਹੈ ਗੁਰੂ ਸਾਹਿਬ ਮੰਨ ਗਏ ਨੇ। ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੂੰ ਮਨਾ ਲਓ। ਸਿੱਖ ਕਹਿੰਦੇ ਨਹੀਂ ਭਾਈ, ਸਾਨੂੰ ਤੁਹਾਡੀਆਂ ਗੱਲਾਂ ਤੇ ਇਤਬਾਰ ਕੋਈ ਨਹੀਂ। ਫਿਰ ਇਹੀ ਗੱਲ ਆ ਕਿ ਸਤਿਗੁਰਾਂ ਨੂੰ ਕਹਿਣੀ ਮਹਾਰਾਜ ਤੁਹਾਡੇ ਸਿੱਖ ਮੁਸਲਮਾਨ ਬਣਨ ਵਾਸਤੇ ਤਿਆਰ ਨਹੀਂ। ਉਹ ਕਹਿੰਦੇ ਇੱਕ ਵਾਰ ਗੁਰੂ ਜੀ ਨੂੰ ਮਨਾ ਲਓ। ਮਹਾਰਾਜ ਮੰਨ ਜਾਓ। ਸਤਿਗੁਰੂ ਇਸ਼ਾਰਾ ਕਰਦੇ ਨੇ ਨਹੀਂ, ਜੋ ਗੱਲਾਂ ਤੁਸੀਂ ਕਰਦੇ ਹੋ ਸਾਨੂੰ ਇਹ ਭਾਉਂਦੀਆਂ ਨਹੀਂ। ਦੋਹਰਾ ਬੀਤੇ ਕੇਤਿਕ ਦਿਵਸ ਜਬ, ਕਾਰਾਗ੍ਰਹਿ ਕੇ ਮਾਹੇ, ਸਰਬ ਰੀਤ ਤੇ ਕਠਿਨਤਾ, ਕਰੈ ਤੁਰਕ ਬਦਰਾਹੇ। ਕਵੀ ਭਾਈ ਸੰਤੋਖ ਸਿੰਘ ਜੀ ਆਖ ਰਹੇ ਨੇ, ਕਹਿੰਦੇ 10 ਤੋਂ 15 ਦਿਨ ਸਤਿਗੁਰਾਂ ਨੇ ਏਦਾਂ ਬਤੀਤ ਕੀਤੇ। ਸਿੱਖਾਂ ਨੂੰ ਹਲਕੀ ਹਲਕੀ ਮਾਰ, ਕਦੇ ਡਾਂਗਾ, ਕਦੇ ਸੋਟੀਆਂ, ਕਦੇ ਪੁੱਠੇ ਹੱਥ ਕਰਕੇ ਸੋਟੀਆਂ ਮਾਰਨੀਆਂ, ਤਾਂ ਜੋ ਸਿੱਖਾਂ ਦੇ ਰੋਣ ਦੀ ਆਵਾਜ਼ ਗੁਰੂ ਸਾਹਿਬ ਦੇ ਕੰਨਾਂ ਵਿੱਚ ਪਵੇ ਤੇ ਗੁਰੂ ਜੀ ਤੜਫ ਜਾਣ। ਉਹ ਜਾਣਦੇ ਸੀ ਗੁਰੂ ਆਪਣੇ ਤੋਂ ਵੱਧ ਆਪਣੇ ਸਿੱਖਾਂ ਨੂੰ ਪਿਆਰ ਕਰਦੇ, ਸਿੱਖਾਂ ਦਾ ਦੁੱਖ ਨਹੀਂ ਦੇਖ ਸਕਦੇ। ਪਰ ਸਤਿਗੁਰਾਂ ਨੇ ਅੰਦਰ ਦੀ ਸ਼ਕਤੀ ਸਿੱਖਾਂ ਨੂੰ ਬਖਸ਼ੀ ਹੋਈ ਸੀ। ਸਿੱਖੋ ਸਬਰ ਰੱਖਿਓ, ਸੰਤੋਖ ਰੱਖਿਓ। ਲੱਖਾਂ ਕਹਿਰ ਤੁਹਾਡੇ ਤੇ ਢੱਠ ਜਾਣ ਪਰ ਸਿਦਕ ਤੋਂ ਡੋਲਣਾ ਨਹੀਂ। ਆਖੋ ਸਤਨਾਮ। ਮਰਨੀ ਮਰ ਜਿਓ ਪਰ ਆਪਣੀ ਜ਼ੁਬਾਨ ਤੇ ਇਸਲਾਮ ਦੀ ਗੱਲ ਨਾ ਕਰਿਓ, ਕਰਾਮਾਤ ਦੀ ਗੱਲ ਨਾ ਕਰਿਓ।
ਇਹ ਤੇ ਹੱਠ ਸੀ, ਇੱਕ ਗੁਰੂ ਦੇ ਪਿਆਰ ਸਿੱਖਾਂ ਦੇ ਦਿਲ ਵਿੱਚ ਵਸੇ ਹੋਏ ਸੀ, ਇਸ ਕਰਕੇ ਸਿੱਖ ਡੋਲਦੇ। ਕਸਰਤ ਹੀ ਕੋਈ ਨਾ ਛੱਡੀ। ਕਹਿੰਦੇ 15 ਦਿਨ ਏਦਾਂ ਹੀ ਬਤੀਤ ਹੁੰਦੇ ਗਏ। ਸਿੱਖਾਂ ਨੂੰ ਅੱਧਾ ਕੁ ਫੁਲਕਾ ਰੋੜੀਆਂ ਪੱਥਰੀਆਂ ਪਾ ਕੇ ਤੇ ਪਾਣੀ ਵਿੱਚ ਨਮਕ ਘੋਲ ਕੇ ਦੇਣਾ, ਅੱਧੀ ਗਲਾਸੀ। ਕਿਉਂ? ਜਦੋਂ ਇਹ ਖਾਰਾ ਪਾਣੀ ਪੀਣਗੇ ਤੇ ਪਿਆਸ ਲੱਗੇਗੀ, ਤੜਫਣਗੇ, ਪਾਣੀ ਨਸੀਬ ਨਹੀਂ ਹੋਏਗਾ। ਇੱਕ ਪਾਣੀ ਵਾਸਤੇ ਜਾਨ ਹਾਜ਼ਰ ਕਰਨਗੇ। ਜਾਨ ਬੜਾ ਕੁਝ ਕੀਤਾ ਜਾਂਦਾ ਹੈ, ਪਰ ਸਤਿਗੁਰ ਤੇ ਸਤਿਗੁਰਾਂ ਦੇ ਸਿੱਖ ਸਾਰੇ ਕਸ਼ਟ ਦੁੱਖ ਹੱਸ ਕੇ ਸਹਾਰਦੇ ਨੇ। ਚੌਪਈ ਪੁਨਹ ਮੁਲਾਨੇ ਕਾਜੀ ਔਰ ਮਿਲ ਮਸਲਤ ਕੀਨਸ ਇਕ ਠੌਰ। ਔਰੰਗਜ਼ੇਬ ਦੀ ਕਚਹਿਰੀ 'ਚ ਸਤਿਗੁਰਾਂ ਦੀ ਗੱਲ ਹਰ ਵੇਲੇ ਚੱਲਦੀ ਹੈ। ਇੱਕ ਦਿਨ ਮੁੱਲਾ ਕਾਜੀ ਦੇ ਘਰੇ ਗਿਆ। ਮੌਲਵੀ ਪੜਾਉਣ ਵਾਲਾ, ਵਕਾਲਤ ਵੀ ਕਰਦਾ ਹੈ ਤੇ ਕਾਜੀ ਜੱਜ। ਜਦੋਂ ਵਕੀਲ ਤੇ ਜੱਜ ਰਲ ਜਾਣ ਫਿਰ ਜਨਤਾ ਦਾ ਭਲਾ ਕਿੱਥੋਂ ਹੋਣਾ? ਫਿਰ ਕਿੱਥੋਂ ਹੋਏਗਾ ਭਲਾ? ਦੋਨੇ ਇਕੱਠੇ ਹੋ ਕੇ ਬਹਿ ਗਏ, ਆਪਸ ਵਿੱਚ ਗੱਲਾਂ ਕਰਦੇ ਨੇ। ਕਹਿੰਦੇ ਆਪਾਂ ਔਰੰਗਜ਼ੇਬ ਬਾਦਸ਼ਾਹ ਕੋਲ ਜਾ ਕੇ ਗੱਲ ਥੋਪਣੀ ਹੈ। ਕਹਿੰਦੇ ਸੀ ਨਾ ਸਾਨੂੰ ਇੱਕ ਰਾਤ ਦੇ ਦੀ, ਇੱਕ ਰਾਤ 'ਚ ਕੁਝ ਨਹੀਂ ਬਣਿਆ। ਬੜੀਆਂ ਸੋਚਾਂ ਸੋਚੀਆਂ, ਬੜੀਆਂ ਸਲਾਹਾਂ ਕੀਤੀਆਂ, ਕੋਈ ਨਹੀਂ ਚੱਲੀ। ਪਰ ਅੱਜ ਕਹਿੰਦੇ ਦੋਸਤਾਂ ਨੇ ਇੱਕ ਸਲਾਹ ਇਹੋ ਜਿਹੀ ਬਣਾ ਲਈ ਜਿਹੜੀ ਚੱਲ ਸਕਦੀ ਹੈ। ਇਕੱਠੇ ਹੋ ਕੇ ਗੱਲਾਂ ਕਰਦੇ ਨੇ। ਕਹਿੰਦੇ ਗੁਰੂ ਦੀ ਕਰਾਮਾਤ ਨਾ ਵੇਖੋ, ਗੁਰੂ ਤੇ ਕਹਿਰ ਨਾ ਕਰੋ ਕੋਈ, ਗੁਰੂ ਨਾਲ ਧੋਖਾ ਕਰੋ ਕੋਈ, ਜਿਸ ਕਰਕੇ ਗੁਰੂ ਦਾ ਧਰਮ ਟੁੱਟ ਜਾਵੇ। ਇੰਦੁਨ ਗੁਰੂ ਗਹਿਓ ਦਿੜ ਛਾਊ ਕਰਿਓ ਕੈਦ ਬਹੁ ਸੰਕਟ ਮਾਹੂ। ਹੁਣ ਪਾਪੀ ਬੰਦੇ ਦੀ ਪਛਾਣ ਕੀ ਹੁੰਦੀ ਹੈ? ਸੌਖੀ ਜੀ ਹੈ ਜੀ। ਪਾਪੀ ਉਸ ਬੰਦੇ ਨੂੰ ਕਿਹਾ ਜਾਂਦਾ ਜਿਹੜਾ ਕਿਸੇ ਧਰਮੀ ਨੂੰ ਧਰਮ ਤੋਂ ਤੋੜਨਾ ਚਾਹੁੰਦਾ ਹੋਵੇ। ਇਹ ਪਾਪੀ ਦਾ ਕਰਮ। ਪੁੰਨੀ ਦਾ ਕਰਮ ਕੀ ਹੈ? ਉਹ ਆਪ ਜੁੜਿਆ, ਟੁੱਟਿਆਂ ਨੂੰ ਜੋੜਦਾ ਹੈ। ਪਾਪੀ ਦਾ ਫਰਕ ਕੀ ਹੈ? ਉਹ ਆਪ ਤੇ ਜੁੜਿਆ ਨਹੀਂ ਤੇ ਜੁੜਿਆਂ ਨੂੰ ਵੀ ਤੋੜ ਦਿੰਦਾ। ਤੋੜ ਉਹਦੇ ਸ਼ਬਦ ਇਹੋ ਜਿਹੇ ਹੁੰਦੇ ਨੇ। ਕਹਿੰਦੇ ਕਾਜੀ ਤੇ ਮੁੱਲਾ ਨੇ ਇਹੋ ਜਿਹੀ ਗੱਲ ਕੀਤੀ। ਕਹਿੰਦੇ ਆਪਾਂ ਗੁਰੂ ਅਤੇ ਗੁਰੂ ਦੇ ਸਿੱਖਾਂ ਨੂੰ ਧੋਖੇ ਨਾਲ ਤੋੜਨਾ ਹੈ। ਪਹਿਲਾਂ ਸਿੱਖ ਤੇ ਗੁਰੂ ਦਾ ਰਿਸ਼ਤਾ ਤੋੜੋ। ਜਦੋਂ ਇਹ ਰਿਸ਼ਤਾ ਟੁੱਟ ਗਿਆ ਤੇ ਧਰਮ ਆਪੀ ਟੁੱਟ ਜਾਣਾ। ਆਖੋ ਸਤਿਨਾਮ। ਧਰਮ ਨਹੀਂ ਟੁੱਟਦਾ। ਆਰਿਆਂ ਤੇ ਰੰਬੀਆਂ ਨਾਲ ਖੋਪਰ ਲਾਏ ਗਏ, ਸਰੀਰ ਚੀਰੇ ਗਏ, ਧਰਮ ਨਹੀਂ ਟੁੱਟਦਾ। ਇੱਥੇ ਲੋਕੀ ਪਤਾ ਕੀ ਕਹਿੰਦੇ ਨੇ? ਸਾਲ 6 ਮਹੀਨੇ ਤੋਂ ਬਾਅਦ ਕਿਰਪਾਨ ਲਾ ਕੇ, ਬਾਬਾ ਜੀ ਕਿਰਪਾਨ ਲਾ ਕੇ ਭੁੱਲ ਗਿਆ ਸੀ, ਅੰਮ੍ਰਿਤ ਭੰਗ ਹੋ ਗਿਆ, ਅੰਮ੍ਰਿਤ ਟੁੱਟ ਗਿਆ। ਅੰਮ੍ਰਿਤ ਟੁੱਟ ਸਕਦਾ? ਠੀਕ ਹੈ। ਇਹ ਤੇ ਟੁੱਟਿਆਂ ਨੂੰ ਜੋੜਦਾ ਮੂਰਖਾ, ਤੇਰਾ ਕਿੱਥੋਂ ਟੁੱਟ ਗਿਆ? ਆਖੋ ਸਤਿਨਾਮ। ਜਦੋਂ ਤੂੰ ਟੁੱਟਿਆ ਸੀ ਤੈਨੂੰ ਅੰਮ੍ਰਿਤ ਨੇ ਗੁਰੂ ਨਾਲ ਜੋੜਿਆ। ਕੀ ਹੋ ਗਿਆ? ਕਕਾਰ ਦੂਰ ਹੋ ਗਏ। ਵਿਦੇਸ਼ਾਂ ਨੂੰ ਲੋਕ ਜਾਂਦੇ ਨੇ, ਵੱਡੇ ਵੱਡੇ ਪ੍ਰਚਾਰਕ ਜਾਂਦੇ, ਕਿਰਪਾਨ ਲਾ ਕੇ ਜਾਣੀ ਪੈਂਦੀ, ਮਜਬੂਰੀ ਹੈ, ਜਾ ਕੇ ਪਾ ਲੈਂਦੇ ਨੇ। ਥੋੜਾ ਹੈ ਜੇ ਇੱਕ ਵਾਰ 48 ਘੰਟੇ 24 ਘੰਟੇ ਲੱਥ ਗਈ ਤੇ ਫਿਰ ਸਿੱਖੀ ਸਾਡੇ ਕੋਲ ਨਹੀਂ। ਇਹ ਤੇ ਬਾਹਰ ਦੇ ਕਕਾਰ ਨੇ। ਬਾਹਰ ਦੇ ਕਕਾਰਾਂ ਨਾਲ ਸਿੱਖ ਦਾ ਅੰਦਰ ਪੱਕਾ ਜੀਵਨ ਹੈ। ਇਸ ਰਿਸ਼ਤੇ ਨੂੰ ਆਰੇ ਨਹੀਂ ਤੋੜ ਸਕੇ ਤੇ ਇਦਾਂ ਕਿਦਾਂ ਟੁੱਟ ਜੂਗਾ? ਇਹ ਗੁਰਮੁਖੋ ਸਿਰਫ ਖਹਿੜਾ ਛਡਾਉਣ ਦੀਆਂ ਗੱਲਾਂ ਨੇ। ਜਦੋਂ ਬੰਦੇ ਦਾ ਨਾਸਤਕਾਂ ਵਾਲੇ ਪਾਸੇ ਬਹੁਤਾ ਖਿਆਲ ਜਾਣ ਲੱਗ ਜੇ ਨਾ, ਰੱਬ ਦੇ ਕੋਲ ਫਰਜ਼ ਅਦਾ ਨਾ ਕਰ ਸਕੇ, ਜ਼ਿੰਮੇਵਾਰੀਆਂ ਤੋਂ ਭੱਜਣ ਲੱਗ ਜੇ, ਫਿਰ ਸੌਖਾ ਜਿਹਾ ਕਹਿੰਦਾ ਜੀ ਝੂਠਾ ਖਾ ਹੋ ਗਿਆ, ਅੰਮ੍ਰਿਤ ਟੁੱਟ ਗਿਆ। ਕੋਈ ਅੰਮ੍ਰਿਤ ਤੇ ਐਸਾ ਏ ਜਿਹਨੇ ਤੇਰਾ ਝੂਠਾ ਵੀ ਖਾ ਲਿਆ ਨਾ, ਕਿਸੇ ਮਨਮੁਖ ਨੇ ਉਹ ਵੀ ਨਾਮ ਜਪਣ ਲੱਗ ਜੂ। ਤੂੰ ਜੁੜਿਆ ਤੇ ਹੋ, ਜੁੜ ਤੇ ਸਹੀ ਗੁਰੂ ਨਾਲ। ਤੇ ਉਹ ਸਮੇਂ ਇਹ ਗੱਲਾਂ ਕਰਦੇ ਨੇ ਕਿ ਇਹਦੇ ਪਹਿਲਾਂ ਸਿੱਖ ਤੇ ਗੁਰੂ ਦਾ ਰਿਸ਼ਤਾ ਤੋੜ ਦਿਓ, ਨਾਤਾ ਟੁੱਟੇਗਾ। ਇੱਕ ਦੂਜੇ ਦੇ ਖਿਲਾਫ ਜ਼ਹਿਰ ਭਰਦੇ ਹੋ, ਕਹੋ ਜੀ ਤੁਹਾਡਾ ਗੁਰੂ ਕਾਹਦਾ ਗੁਰੂ ਤੇ ਤੁਹਾਨੂੰ ਬਚਾ ਨਹੀਂ ਸਕਦਾ। ਸਿੱਖ ਆਪੀ ਕਹਿਣਗੇ ਗੱਲ ਸੱਚੀ, ਜਿਹੜਾ ਗੁਰੂ ਆਪਣਾ ਆਪ ਨਹੀਂ ਬਚਾ ਸਕਦਾ ਸਾਨੂੰ ਕਿੱਥੋਂ ਬਚਾਊ? ਹਾਂ ਜੇ ਕਿਤੇ ਅੱਜ ਕੱਲ ਸਾਡੇ ਕੋਲ ਗੱਲ ਹੁੰਦੀ ਆਪਾਂ ਜ਼ਰੂਰ ਟੁੱਟ ਜਾਂਦੇ। ਉਹ ਸਿੱਖ ਹੀ ਪੱਕੇ ਸੀ ਜਿਨ੍ਹਾਂ ਨੂੰ ਕੋਈ ਤੋੜ ਨਾ ਸਕਿਆ। ਇਤਨੇ ਦਿਵਸ ਸੋ ਬੀਤ ਗਏ ਹੈ, ਤਾੜਨ ਅਨਕ ਪ੍ਰਕਾਰ ਕੀਏ ਹੈ। ਸਾਰੀ ਰਾਤ ਬੈਠੇ ਰਹੇ, ਕੋਈ ਸਲਾਹ ਜੀ ਵੱਡੀ ਨਿਕਲੀ ਨਾ। ਹੁਣ ਗੱਲਾਂ ਚੱਲਦੀਆਂ ਨੇ। ਕਾਜੀ ਕਹਿੰਦਾ ਇੰਨੇ ਦਿਨ ਬਤੀਤ ਹੋ ਗਏ, ਔਰੰਗਜ਼ੇਬ ਬਾਦਸ਼ਾਹ ਜਿੱਦਾਂ ਦੀਆਂ ਕਰੀ ਜਾਂਦਾ, ਜਿੱਦ ਨਾਲ ਥੋੜਾ ਕੁਝ ਬਣਨਾ, ਕੁਝ ਕਰਨਾ ਪੈਣਾ। ਮੁੱਲਾ ਕਹਿੰਦਾ ਬਾਦਸ਼ਾਹ ਆਪਣੇ ਬਿਨਾ ਪੱਬ ਨਹੀਂ ਧਰਦਾ। ਜੋ ਆਪਾਂ ਕਹਿਣਾ ਹੋਣਾ ਤੇ ਉਹੀ ਹੈ ਨਾ, ਨਾਮ ਇਹ ਉਹਦਾ ਚੱਲਣਾ ਏ। ਰੰਚਕ ਹੱਟ ਨੇ ਚਾਗਨ ਕੀਨਸ, ਬਜਿਓ ਪ੍ਰਥਮ ਤੇ ਦ੍ਰਿੜਤਾ ਲੀਨਸ। ਕਹਿੰਦੇ ਹੁਣ ਦੋ ਗੱਲਾਂ ਨਿਕਲੀਆਂ। ਕਹਿੰਦੇ ਬਾਦਸ਼ਾਹ ਹੱਠ ਕਰਦਾ ਮੈਂ ਗੁਰੂ ਨੂੰ ਮੁਸਲਮਾਨ ਬਣਾ ਦੇਣਾ,
ਗੁਰੂ ਹੱਠ ਕਰਦੇ ਅਸੀਂ ਧਰਮ ਨਹੀਂ ਤਿਆਗਣਾ, ਅਸੀਂ ਹਿੰਦੂ ਬਚਾਉਣੇ। ਕਹਿੰਦੇ ਬਾਦਸ਼ਾਹ ਆਪਣੇ ਹੱਠ ਤੇ ਖੜੇ ਐ, ਪਰ ਗੁਰੂ ਸਾਹਿਬ ਆਪਣੇ ਹੱਠ ਤੇ ਪਰਪੱਕ ਹੁੰਦੇ ਜਾਂਦੇ। ਪਰਪੱਕ ਤੋਂ ਭਾਵ ਪੱਕੇ, ਸੋਲਿਡ, ਮਜ਼ਬੂਤ, ਹੋਰ ਵੱਧਦੇ ਜਾ ਰਹੇ ਨੇ, ਕਠੋਰ ਹੁੰਦੇ ਜਾਂਦੇ ਨੇ। ਕਹਿੰਦੇ ਉਹਨਾਂ ਦਾ ਨਿਸ਼ਚਾ ਡੋਲਦਾ ਹੀ ਨਹੀਂ। ਕਿੰਨੇ ਦੁੱਖ ਆਪਾਂ ਦੇ ਤਸੀਹੇ ਦੇ ਲਈ, ਭੁੱਖ ਪਿਆਸ ਦੇ ਲਈ, ਧਮਕੀਆਂ ਦੇ ਲਈਆਂ, ਸੌਣ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ, ਉਹ ਫੇਰ ਵੀ ਟੱਸ ਤੋਂ ਮਸ ਨਹੀਂ ਹੁੰਦੇ। ਅਨਕ ਉਪਾਵ ਕੀਏ ਬਹੁ ਰੁਕਾ, ਇੱਕ ਸਮ ਮੁਖ ਚਿਨ ਕੋ ਅਬਲੋਕਾ। ਸਾਹਮਣੇ ਵੀ ਪਹਿਰੇਦਾਰ ਖੜੇ ਨੇ ਜਿਹੜੇ ਸੌਣ ਨਹੀਂ ਦਿੰਦੇ ਉਹਨਾਂ ਨੂੰ, ਪਰ ਗੁਰੂ ਪੱਕਾ ਇੱਕ ਵਾਰ ਵੀ ਨਹੀਂ ਕਹਿੰਦਾ ਵੀ ਐਡਾ ਕਹਿਰ ਨਾ ਸਾਡੇ ਤੇ ਢਾਓ, ਜੋ ਕਹੋਗੇ ਉਹ ਗੱਲ ਮੰਨ ਲਾਂਗੇ। ਇਹ ਗੁਰੂ ਨੂੰ ਫਰਕ ਨਹੀਂ। ਕਾਜੀ ਦੀ ਗੱਲ ਸੁਣ ਕੇ ਮੁੱਲਾ ਵੀ ਇਹੀ ਗੱਲ ਕਹਿੰਦਾ, ਕਹਿੰਦੇ ਗੁਰੂ ਦਾ ਇੰਤਜ਼ਾਮ ਕਰੋ ਪਹਿਲਾਂ। ਆਪਾਂ ਸਿੱਖਾਂ ਦੀ ਗੱਲ ਫੇਰ ਸੋਚਾਂਗੇ, ਕਿਉਂਕਿ ਜਿੱਧਰ ਗੁਰੂ ਜਾਏਗਾ ਸਿੱਖਾਂ ਨੇ ਵੀ ਉਧਰ ਆਪੇ ਚਲੇ ਜਾਣਾ। ਜੇ ਆਪਾਂ ਸਿੱਖਾਂ ਨੂੰ ਪਿੱਛੇ ਚਲਾਉਣ ਦੀ ਗੱਲ ਸੋਚਦੇ ਰਹੇ, ਫਿਰ ਕੀ ਪਤਾ ਗੁਰੂ ਮੰਨੇ ਨਾ ਮੰਨੇ। ਪਹਿਲਾਂ ਗੁਰੂ ਦਾ ਬੰਦੋਬਸਤ ਕਰੀਏ। ਨਹੀਂ ਤਰਾਸ ਤੇ ਦੇਖਿਓ ਦੀਨ, ਬਦਨ ਪ੍ਰਕਾਸ਼ ਪ੍ਰਸੰਨਤਾ ਲੀਨ। ਜਿਉਂ ਜਿਉਂ ਜੇਲ੍ਹ 'ਚ ਭੁੱਖ ਪਿਆਸ ਲੱਗਦੀ, ਤਿਉਂ ਤਿਉਂ ਹੱਸਦੇ ਨੇ, ਚਿਹਰੇ ਤੇ ਮੁਸਕਰਾਹਟ ਆਉਂਦੀ ਹੈ। ਡਰ ਉਹਨਾਂ ਦੇ ਮਨ 'ਚ ਹੈ ਹੀ ਨਹੀਂ। ਤੇ ਕਾਜੀ ਕਹਿੰਦਾ ਕਿਉਂ ਨਾ ਆਪਾਂ ਆਪਣੇ ਧਰਮ ਦਾ ਖਾਣਾ ਖਵਾ ਦਈਏ। ਧਰਮਾਂ ਦੇ ਖਾਣੇ ਬਹੁਤ ਨੇ, ਇਸ ਕਰਕੇ ਸਿੱਖ ਦਾ ਖਾਣਾ ਦੁਨੀਆ ਤੋਂ ਅਲੱਗ ਨਹੀਂ। ਸੰਸਾਰ ਦੇ ਖਾਣੇ ਅਲੱਗ ਨੇ, ਕੋਈ ਮਾਸ ਖਾਂਦਾ, ਕੋਈ ਮੱਛੀਆਂ ਖਾ ਰਿਹਾ, ਕੋਈ ਗੰਦਗੀ ਖਾਂਦਾ, ਕੋਈ ਨਸ਼ੇ ਪੀ ਰਿਹਾ। ਇਹ ਆਮ ਗੱਲਾਂ ਥੋੜਾ ਨੇ, ਇਹ ਖਾਸ ਨੇ ਲੋਕਾਂ ਦੀਆਂ। ਅਲੱਗ-ਅਲੱਗ ਚੀਜ਼ਾਂ ਜੋ ਇਨਸਾਨ ਵਾਸਤੇ ਨਹੀਂ ਬਣੀਆਂ, ਬੰਦਾ ਉਹ ਜ਼ਹਿਰਾਂ ਵਰਤਦਾ, ਜੋ ਸਰੀਰ ਲਈ ਵੀ ਘਾਤਕ। ਪਰ ਸਿੱਖ ਦਾ ਖਾਣਾ ਕੀ ਹੈ? ਸ਼ੁੱਧ ਸ਼ਾਕਾਹਾਰੀ, ਸ਼ੁੱਧ ਵੈਸ਼ਨੂ ਹੈ ਗੁਰੂ ਕਾ ਸਿੱਖ। ਉਹਨੇ ਉਹੀ ਖਾਣਾ ਜੋ ਪਰਮਾਤਮਾ ਦੀ ਕੁਦਰਤ ਨੇ ਬਖਸ਼ਿਆ, ਜਿਸ 'ਚ ਅੰਮ੍ਰਿਤ ਭਰਿਆ ਹੋਇਆ। ਸਿੱਖ ਦਾ ਖਾਣਾ ਇਹ ਹੈ। ਹੁਣ ਇਸਲਾਮ ਦੀ ਗੱਲ ਕਰੀਏ, ਉਹਨਾਂ ਦਾ ਆਪਣਾ ਖਾਣਾ ਹੈ। ਹਿੰਦੂ ਵੀਰਾਂ ਦਾ ਆਪਣਾ ਖਾਣਾ ਹੈ, ਪਰ ਇਹਨਾਂ ਦੇ ਖਾਣੇ ਵਿਸ਼ੇਸ਼ ਤੌਰ ਤੇ ਬਣਾਏ ਜਾਂਦੇ ਨੇ। ਕਿਸੇ ਨੇ ਜਾਨਵਰ ਵੱਢ ਲਿਆ, ਕਿਸੇ ਨੇ ਗਾਂ ਕੱਟ ਲਈ, ਕੋਈ ਬੀਫ ਪਿੱਛੇ ਲੜਦਾ ਫਿਰਦਾ, ਨਾਲੇ ਖਾਈ ਜਾਂਦੇ ਨਾਲੇ ਰੌਲਾ ਪਾਈ ਜਾਂਦੇ। ਆਹੀ ਹੈ ਨਾ ਹਿੰਦੁਸਤਾਨ ਦੀ ਰਾਜਨੀਤੀ। ਗਾਂ ਦਾ ਮਾਸ ਖਾਣ ਵਾਲਾ ਸਵੇਰੇ ਉੱਠ ਕੇ ਉਹਦੇ ਗਲ ਵਿੱਚ ਹਾਰ ਪਾ ਕੇ ਕਹਿੰਦਾ ਗਊ ਹਮਾਰੀ ਮਾਤਾ ਹੈ, ਆਖੋ ਸਤਨਾਮ। ਸ਼ਾਮ ਨੂੰ ਭੋਜਨ ਬਣੀ ਹੋਈ ਹੈ। ਇਹ ਰਾਜਨੀਤੀ, ਹੋਰ ਕੁਛ ਨਹੀਂ। ਪਰ ਸਿੱਖ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਿਵਰਜਿਤ ਆਖਿਆ ਹੋਇਆ। ਰਹਿਤ ਮਰਿਆਦਾ ਪੜ੍ਹ ਕੇ ਦੇਖੋ, ਇਹਨਾਂ ਨੂੰ ਪਤਾ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਇਹਨਾਂ ਚੀਜ਼ਾਂ ਦੇ ਨੇੜੇ ਨਹੀਂ ਜਾਂਦੇ। ਜਿਹੜਾ ਅਸਲ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੰਘ ਹੈ ਨਾ, ਕੋਈ ਖਾਵੇ ਸਾਨੂੰ ਕੀ ਹੈ, ਜਿਹੜਾ ਮਰਜ਼ੀ ਖਾਈ ਜਾਵੇ, ਆਪਣਾ ਆਪਣਾ ਘਰ ਹੈ, ਜੋ ਮਰਜ਼ੀ ਕਰੇ ਕੋਈ। ਪਰ ਗੱਲ ਸਿੱਖ ਦੀ ਹੈ। ਜਿਹੜਾ ਗੁਰੂ ਨਾਲ ਜੁੜਿਆ ਉਹ ਗੰਦਗੀ ਵਾਲਾ ਭੋਜਨ ਨਹੀਂ ਖਾਂਦਾ, ਗੰਦਗੀ ਵਾਲੇ ਕੱਪੜੇ ਨਹੀਂ ਪਹਿਨਦਾ। ਉਹਨੂੰ ਪਤਾ ਹੈ ਖਾਣ ਪੀਣ ਪਹਿਨਣ ਦਾ ਅਸਰ ਮਨ ਤੇ ਹੁੰਦਾ ਤੇ ਬਿਰਤੀ ਮਲੇਸ਼ ਹੋ ਜਾਂਦੀ ਹੈ। ਜੇ ਮੈਲ ਖਾਓਗੇ ਨਾ, ਮਲੇਸ਼ ਬਿਰਤੀ ਹੋ ਜਾਏਗੀ। ਕਹਿੰਦੇ ਗੁਰੂ ਸਾਹਿਬ ਪਾਕ ਪਵਿੱਤਰ ਨੇ ਸਾਦਗੀ ਦਾ ਭੋਜਨ ਛਕਦੇ ਨੇ, ਕਿਉਂ ਨਾ ਇਹਨਾਂ ਨੂੰ ਮਾਸ ਖਵਾਈਏ। ਨਹੀਂ ਸ਼ਰਮ ਆਵਨ ਮਾਨੈ, ਕਹਿਓ ਸ਼ਾਹ ਕੋ ਰਜੈ ਨ ਆਨੈ। ਹੁਣ ਬਾਦਸ਼ਾਹ ਨੇ ਜ਼ੋਰ ਬੜਾ ਲਾ ਲਿਆ, ਸ਼ਰ੍ਹਾ ਚਾਹੁੰਦੇ ਨਹੀਂ। ਹੁਣ ਮੁਸਲਮਾਨ ਮਾਸ ਕਿਹਦਾ ਖਾਂਦੇ ਨੇ? ਉਹਨੂੰ ਤੇ ਹੱਥ ਲਾਉਣਾ ਵੀ ਪਾਪ ਹੈ। ਮੁਸਲਮਾਨ ਖਾਂਦੇ ਨੇ ਸੂਰ ਦਾ ਮਾਸ, ਜਿਹੜਾ ਸਾਰੇ ਸ਼ਹਿਰ ਦੀ ਜਮਾਨੇ ਦੀ ਗੰਦਗੀ ਖਾ ਲੇ। ਆ ਗੰਦਾ ਬੰਦਾ ਉਹ ਗੰਦ ਖਾ ਕੇ ਵੀ ਕਹਿੰਦਾ ਮੈਂ ਬੜਾ ਮਹਾਨ, ਆਖੋ ਸਤਨਾਮ। ਜਿਹੜਾ ਸਾਰੇ ਸ਼ਹਿਰ ਦੀ ਸਫਾਈ ਕਰ ਜੇ, ਉਸ ਗੰਦੇ ਨੂੰ ਵੀ ਹਜ਼ਮ ਕਰ ਜਾਂਦੇ ਨੇ। ਤੇ ਫਿਰ ਸੂਰ ਨੂੰ ਕਲਮਾ ਪੜ੍ਹ ਕੇ ਮਾਰਿਆ ਜਾਂਦਾ ਹੈ, ਦਿਲ ਵਿੱਚ ਛੇਕ ਕਰਕੇ। ਕੈਸਾ ਜਾਨਵਰ ਜਿਹੜਾ ਸਿੱਧਾ ਗਰਦਨ ਕੱਟਿਆ ਨਹੀਂ ਮਰਦਾ, ਦਿਲ ਨੂੰ ਕੋਹ ਕੇ ਮਾਰਿਆ ਜਾਂਦਾ ਹੈ। ਕਹਿੰਦੇ ਆਪਾਂ ਕਿਸੇ ਨਾ ਕਿਸੇ ਤਰੀਕੇ ਦੁਆਰਾ ਧੋਖਾ ਕਰਕੇ ਮਾਸ ਖਵਾ ਦਿੰਦੇ ਆ ਹਨੇਰੇ 'ਚ। ਕਹਿੰਦੇ ਜਦੋਂ ਗੁਰੂ ਨੇ ਮਾਸ ਖਾ ਲਿਆ, ਫਿਰ ਗੁਰੂ ਕਿਵੇਂ ਕਹਿ ਸਕਦਾ ਹੈ ਵੀ ਸਾਡਾ ਧਰਮ ਜ਼ਮਾਨੇ ਤੋਂ ਅਲੱਗ ਆ, ਆਖੋ ਸਤਨਾਮ। ਅਸੀਂ ਸੱਚ ਨਾਲ ਜੁੜੇ ਆ। ਜਦੋਂ ਕਹਿੰਦੇ ਉਹਨਾਂ ਨੇ ਗੰਦਗੀ ਵਾਲਾ ਭੋਜਨ ਕਰ ਲਿਆ, ਬਿਰਤੀ ਬਦਲ ਜਾਣੀ ਨਾਲ ਦੀ ਨਾਲ। ਇਹ ਸੱਚਮੁੱਚ ਜਿਹੋ ਜਿਹਾ ਕੋਈ ਖਾਣਾ ਖਾ ਲੈਂਦਾ, ਉਹੋ ਜਿਹਾ ਪ੍ਰਭਾਵ ਉਹਦੇ ਜੀਵਨ ਤੇ ਪੈ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਅਰਥਾਂ ਸਮੇਤ ਪੜੋ। ਮਰਦ ਨੇ ਆਹੀ ਗੱਲਾਂ ਸਮਝਾਈਆਂ। ਕਹਿੰਦੇ ਉਹ ਨਾਮ ਜਪ, ਬਿਰਤੀ ਸ਼ੁੱਧ ਰੱਖ। ਬਿਰਤੀ ਸ਼ੁੱਧ ਕਦੋਂ ਹੋਏਗੀ? ਜਦੋਂ ਖਾਣਾ ਸ਼ੁੱਧ ਹੋਏਗਾ। ਬਿਰਤੀ ਪਵਿੱਤਰ ਕਦੋਂ ਹੋਏਗੀ? ਜਦੋਂ ਵਸਤਰ ਸਾਦਗੀ ਦੇ ਹੋਣਗੇ, ਖਿਆਲਾਤ ਅੱਛੇ ਹੋਣਗੇ। ਖਾਣਾ ਪੀਣਾ ਪਹਿਨਣਾ, ਇਹਨੇ ਤਿੰਨੇ ਚੀਜ਼ਾਂ ਦੀ ਗੱਲ ਸਤਿਗੁਰਾਂ ਨੇ ਤੇ ਸ੍ਰੀ ਰਾਗ ਵਿੱਚ ਵੀ ਕੀਤੀ ਹੋਈ ਹੈ। ਕਹਿੰਦੇ ਐ ਮਨਾ
ਜਿਹੋ ਜਿਹਾ ਭੋਜਨ ਖਾ ਲੇਗਾ ਉਹੋ ਜਿਹੇ ਵਿਚਾਰ ਬਣ ਜਾਣਗੇ। ਆ ਦੁਨੀਆ ਦੇ ਧਰਮਾਂ 'ਚ ਈਰਖਾ ਕਿਉਂ ਹੈ? ਇਹੀ ਕਾਰਨ ਹੈ। ਤੇ ਉਹ ਸਾਡੇ 'ਚ ਵੀ ਆਈ ਹੋਈ ਹੈ, ਕਿਉਂਕਿ ਅੱਜ ਸਿੱਖ ਵੀ ਉਹੀ ਕੰਮ ਕਰਦੇ ਨੇ ਜਿਹੜੇ ਮੁਸਲਮਾਨ ਤੇ ਹਿੰਦੂ ਵੀਰ ਕਰਦੇ ਸੀ। ਫਿਰ ਸਿੱਖ ਤੇ ਇਹਨਾਂ 'ਚ ਫਰਕ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਲੱਗ ਧਰਮ ਬਣਾਇਆ, ਜੇ ਉਹਨਾਂ ਦਾ ਵੀ ਖਾਣਾ ਉਹੀ ਸੀ, ਹਿੰਦੂਆਂ ਦਾ ਵੀ ਉਹੀ ਸੀ, ਤੇ ਜੇ ਸਿੱਖਾਂ ਨੇ ਵੀ ਉਹੀ ਖਾਣਾ ਫਿਰ ਸਿੱਖ ਵੱਖਰਾ ਕਿਵੇਂ ਹੋ ਗਿਆ? ਆਖੋ ਸਤਿਨਾਮ। ਸਿੱਖ ਨੂੰ ਵੱਖਰਾ ਬਣਾਇਆ ਹੈ, ਉਹ ਕਿਵੇਂ ਵੱਖਰਾ ਹੈ? ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ, ਵੇਖਿਓ ਕਿੱਡਾ ਵੱਡਾ ਧੋਖਾ ਕਰਨਗੇ, ਕਿੱਡਾ ਵੱਡਾ ਧੋਖਾ। ਅੱਜ ਦੇ ਸਮੇਂ 'ਚ ਵੀ ਇਹੀ ਹੈ ਨਾ, ਕਿਸੇ ਧਰਮ ਦਾ ਖਾਣਾ ਖਾ ਲਓ, ਕਿਸੇ ਦਾ ਭੋਗ ਲੱਗਿਆ ਖਾ ਲਓ, ਬਿਰਤੀ ਬਣ ਜਾਂਦੀ, ਬੰਦਾ ਉਹੋ ਜਿਹਾ ਹੋ ਜਾਂਦਾ ਹੈ। ਹੁਣ ਵੇਖਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲੇ ਧੋਖਾ ਕਰਨ ਵਾਸਤੇ ਆ ਰਹੇ ਨੇ। ਪੜਤੀ ਪੜਾਈ ਹੋਈ ਹੈ ਕਾਜ਼ੀ ਤੇ ਮੁੱਲਾਂ ਦੀ, ਔਰੰਗਜ਼ੇਬ ਤੇ ਉਹਨਾਂ ਦਾ ਪਿੱਠੂ ਬਣਿਆ ਹੋਇਆ ਹੈ। ਜਿਵੇਂ ਜਿਵੇਂ ਉਹ ਚਲਾਈ ਜਾਂਦੇ ਉਹ ਵੀ ਚੱਲੀ ਜਾਂਦੇ। ਹੁਣ ਕਿਵੇਂ ਮੇਰੇ ਸਤਿਗੁਰੂ ਇਹਨਾਂ ਨੂੰ ਸਿੱਧੇ ਰਾਹ ਪਾਉਣਗੇ? ਜਦੋਂ ਤੱਕ ਸਿੱਧੇ ਰਾਹ ਨਹੀਂ ਪਾਉਂਦੇ ਉਦੋਂ ਤੱਕ ਮੱਤ ਟਿਕਾਣੀ ਨਹੀਂ ਆਉਣੀ। ਆਖੋ ਸਤਿਨਾਮ। ਜਦੋਂ ਕੋਈ ਮਜ਼ਲੂਮਾਂ ਉੱਤੇ ਕਹਿ ਢਾਉਣ ਲੱਗਦੇ ਤੇ ਫਿਰ ਪਰਮਾਤਮਾ ਖੇਡ ਵਰਤਾਉਂਦਾ ਹੈ। ਜੋ ਕੁਝ ਹੋਏਗਾ ਕੱਲ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।